कि जे मेरे प्यो नूं गाल कड्डोगे तो तुसीं फिर अपने प्यो दे नहीं, जे मेरी बेटी नूं गाल कड्डोगे पहलां तुहाडी धी नूं जाएगी, भैण नूं कड्डोगे भैण नूं जाएगी, माँ दी गाल कड्डोगे माँ नूं जाएगी। अगर जात जूत दी मेरी दी गल नौलोगे ना जात, तो मैं जाणदा सारिਆਂ ਨੂੰ। ਤੁਹਾਡਾ ਵੀ ਵਿਰੋਧ ਹੋ ਰਿਹਾ, ਸਨੀ ਦਿਓਲ ਦਾ ਵੀ ਵਿਰੋਧ ਹੋ ਰਿਹਾ, ਹਰਜੀਤ ਗਰੇਵਾਲ ਦਾ ਵੀ ਵਿਰੋਧ ਹੋ ਰਿਹਾ। ਕੀ ਲੱਗਦਾ ਕਿ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਖੁੱਲ੍ਹੇਆਮ ਵੜਨ ਜੋਗੇ ਹੋ ਜਾਓਗੇ ਕਦੋਂ ਤੱਕ? ਤੁਹਾਡਾ ਵਿਰੋਧ ਕਿਉਂ ਹੋ ਰਿਹਾ? महाराज ही जानता मेरा विरोध क्यों हो रहा। मेरा यही कसूर है कि मेरा कोई कसूर नहीं। ਲੋਕ ਆਸ ਰੱਖਦੇ ਸੀ ਤੁਹਾਡੇ ਤੋਂ ਤੇ ਸਨੀ ਦਿਓਲ ਤੋਂ, ਜਿਵੇਂ ਬਾਕੀ ਸਿੰਗਰ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਨੇ, ਕਿਸਾਨਾਂ ਦੇ ਹੱਕ ਦੇ ਵਿੱਚ ਗਾਣੇ ਵੀ ਆ ਰਹੇ ਨੇ, ਪਰ ਤੁਹਾਡੇ ਮੂੰਹੋਂ ਇੱਕ ਵੀ ਸ਼ਬਦ ਕਿਸਾਨਾਂ ਦੇ ਲਈ ਨਹੀਂ ਕਦਮ ਚੁੱਕਿਆ। ਇਹ ਕਿਸਾਨਾਂ ਦਾ ਜਿਹੜਾ ਪੂਰਾ ਐਪੀਸੋਡ ਚੱਲ ਰਿਹਾ ਇਹਨੂੰ ਖਤਮ ਕਰਵਾਉਣ ਦੀ। मैं बहुत कदम चुके लेकिन चली एक नहीं। मैं जलंधर चले गया सी, जाके अपील की, कोशिश की किसी नाल संपर्क हो जाए, नहीं हो सकिया। ਉਹਦੀ ਸੰਪਰਕ ਤਾਂ ਕੀ ਹੋਣਾ ਸੀ, ਗਾਲਾਂ ਗੂਲਾਂ ਖਾ ਕੇ ਮੈਂ ਇੱਥੇ ਆ ਗਿਆ। ਮੀਟਿੰਗ ਕਰਵਾਉਣ ਦੀ ਵੀ ਗੱਲ ਕਰਦੇ ਸੀ ਕੇਂਦਰ ਦੇ ਨਾਲ ਕਿਸਾਨਾਂ ਦੀ, ਕਿ ਕੇਂਦਰ ਨੇ ਤੁਹਾਨੂੰ ਭੇਜਿਆ ਸੀਗਾ ਕਿ ਉਹਨਾਂ ਨਾਲ ਮੀਟਿੰਗ ਕਰਵਾਓ, ਜਾਂ ਤੁਸੀਂ ਆਪਣੇ ਆਪ ਹੀ ਕਹਿ ਰਹੇ? ਕਿਸੇ ਨੇ ਨਾ ਸੁਣੀ। ਹਾਂ, ਗਾਲਾਂ ਗੂਲਾਂ ਮੈਂ ਸੁਣੀਆਂ। ਇਹਦੇ ਵਿੱਚ ਮੈਨੂੰ ਦੱਸੋ, ਜਿਹੜੇ ਲਟਕਾਉਣਾ ਹੀ ਚਾਹੁੰਦੇ ਸੀ ਅੰਦੋਲਨ ਨੂੰ, ਉਹ ਉਹਨਾਂ ਨੇ ਕਿਹਾ ਇਹ ਬੰਦਾ ਕੌਣ ਹੈ, ਇਹਦੀ ਔਕਾਤ ਕੀ ਹੈ, ਇਹ ਕਿੱਦਾਂ ਕਰੂਗਾ। ਉਹਨਾਂ ਨੇ ਇਹ ਨਹੀਂ ਸੋਚਿਆ कि मैं किसी बेस ते ही कह रहा। मैं दिल्ली जाना, मैं किद्दां जावांगा जी कहांगा प्रधानमंत्री, वो अगले कहणगे तू किहनूं पुछ के किहा सी। ਇਹਦਾ मतलब मैं किसी नूं पुछ के किहा सी। जे मैं लैन दे पंजाबों ते मैं वापस किहड़े मूँह नाल जाऊँगा जे ना मिला सकिया। मैं फ़ोन किया राजेवाल साहब की पिट सुणदी, वो बहुत अकल ना, बहुत तहजीब ना, अदब ना मेरे नाल पेश आए, बड़ी अच्छी तरह गल की। मैं कहा सर हुक्म करो, मैं की कर सकदा। कहंदे यार वो असीं गए सी, उत्थे ऑफिसर्स मिले रहा, कोई मंत्री वगैरह नहीं मिले, असीं किहदे नाल गल करिए। मैं कहा सर किहड़ा मंत्री? कहंदे खेतीबाड़ी मंत्री मिलना चाहिए। मैं कहा जी तुसीं फ़ोन रखो। मैं फिर मुनासिब समझा कि मैं कहा सरदार साहब तुसीं मेरे लिए बहुत सत्कारयोग है राजेवाल साहब, हुण मंत्री जी का फ़ोन आएगा। फिर मंत्री जी ने उन्होंने फ़ोन किया, फिर मीटिंगां शुरू होईयां। मीटिंगां ਉਹ ਤੁਸੀਂ ਤਾਲਮੇਲ ਕਰਵਾਇਆ ਇਹਨਾਂ ਨਾਲ? मतलब गल मैं कराई है, हुण मैनूं पता नहीं तालमेल इनू कह लो, ओवर मैं अपना क्रेडिट नहीं लेना चाहता। गल पहली बारी मैं ही कराई है। राजेवाल साहब नूं पुछ लिओ, पन्नू नूं पुछ लो, सारे बंदे जिन्हां दा भी मैं नां लिया। तोमर साहब नूं इंटरव्यू करदे तुसीं, उन्हां नूं पुछ लिओ बई। ते राजेवाल साहब की किहने गल कराई? क्योंकि हंसराज हंस ने गल कराई सी। किसान ਜਿਹੜੇ ਕਹਿੰਦੇ ਆ ਕਿ ਅਸੀਂ ਇਹ ਕਾਨੂੰਨ ਸਾਡੇ ਲਈ ਨਹੀਂ ਬਣੇ, ਅਸੀਂ ਸਾਨੂੰ ਇਹ ਨਹੀਂ ਚਾਹੀਦੇ, ਸਰਕਾਰ ਕਿਉਂ ਨਹੀਂ ਵਾਪਸ ਲੈਂਦੀ? ਸਰਕਾਰ ਵਾਰ-ਵਾਰ ਇਹੀ ਗੱਲ ਕਹਿ ਰਹੀ ਹੈ ਕਿ ਸਾਡੀ ਮਜਬੂਰੀ ਨੂੰ ਸਮਝੋ, ਅਸੀਂ ਕਾਨੂੰਨ ਰੱਦ ਨਹੀਂ ਕਰ ਸਕਦੇ। ਆਖਿਰ ਸਰਕਾਰ ਦੀ ਮਜਬੂਰੀ ਕੀ ਹੈ? ਕਿਉਂਕਿ ਕਾਨੂੰਨ ਤਾਂ ਕਿਸਾਨਾਂ ਲਈ ਨੇ, ਸਰਕਾਰ ਦੀ ਮਜਬੂਰੀ ਕੀ ਹੈ? ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਦੇ ਵਿਚਕਾਰ ਆਪਸੀ ਖਿੱਚੋਤਾਣ ਹੈ। ਬੇਸ਼ੱਕ ਕੇਂਦਰ ਦੇ ਵੱਲੋਂ ਕਿਸਾਨਾਂ ਨੂੰ ਲਗਾਤਾਰ ਮੀਟਿੰਗਾਂ ਦਾ ਸੱਦਾ ਦਿੱਤਾ ਜਾ ਰਿਹਾ, ਪਰ ਮੀਟਿੰਗਾਂ ਜਿਹੜੀਆਂ ਹੈਗੀਆਂ ਉਹ ਬੇਸਿੱਟਾ ਰਹੀਆਂ ਨੇ। ਹਾਲਾਤ ਇਸ ਕਦਰ ਹੋ ਗਏ ਨੇ ਕਿ ਬੀਜੇਪੀ ਦੇ ਲੀਡਰਾਂ ਨੂੰ ਲੋਕਾਂ ਦੇ ਵਿਰੋਧ ਤੱਕ ਦਾ ਸਾਹਮਣਾ ਕਰਨਾ ਪੈ ਰਿਹਾ। ਅਜਿਹੇ ਦੇ ਵਿੱਚ ਜਲੰਧਰ ਦੇ ਹੰਸਰਾਜ ਹੰਸ, ਜੋ ਪੰਜਾਬ ਦੇ ਰਾਜ ਗਾਇਕ ਨੇ ਅਤੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣੀ ਗਾਇਕੀ ਦੇ ਨਾਲ ਨਾਮਣਾ ਖੱਟਿਆ, ਜੋ ਹੁਣ ਦਿੱਲੀ ਤੋਂ MP ਨੇ, ਉਹਨਾਂ ਨੂੰ ਵੀ ਪੰਜਾਬ ਦੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਉਹ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੰਸਰਾਜ ਹੰਸ ਜੀ, ਰੋਜ਼ਾਨਾ ਲੋਕਨਾਥ TV। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ, ਤੁਹਾਡੇ ਵਿਊਵਰਸ ਨੂੰ ਵੀ ਨਿਮਰਤਾ ਸਹਿਤ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਜਿਹੜਾ ਕਿਸਾਨਾਂ ਦਾ ਤੇ ਜਿਹੜਾ ਹੈਗਾ ਕੇਂਦਰ ਦਾ ਜਿਹੜਾ ਆਪਸੀ ਇਹ ਪੂਰਾ ਐਪੀਸੋਡ ਜਿਹੜਾ ਚੱਲ ਰਿਹਾ, ਇਹਨੂੰ ਤੁਸੀਂ ਕਿਵੇਂ ਦੇਖਦੇ? हैरान है, परेशान है, गमगीन है, दुखी है। बस जिद्दां सारा जहान देख रहा इदां ही मैं देख रहा। मैं भी पंजाब दा रिज़्क खादा, मैं भी पंजाब दी धरती ते जम्मिया। बस जिवें सारे लोग महसूस करते हैं ना, जिन्हां दा दिल धड़कदा, सीना धड़कदा, उदां ही मैं महसूस करदा। ਤੁਹਾਡਾ ਵਿਰੋਧ ਕਿਉਂ ਹੋ ਰਿਹਾ? महाराज ही जानता मेरा विरोध क्यों हो रहा। मेरा यही कसूर है कि मेरा कोई कसूर नहीं। उत्थों पता लगता, वीडियो भी आ जांदियां कि हर दूजे दिन घर दा घिराव हुंदा, ते मैनूं समझ तो मेरी बाहर है कि मैं किसी कमेटी च नहीं, कोई डिसीजन मेकर नहीं, कोई पोर्टफोलियो नहीं, मेरा कोई इहदे विच योगदान भी नहीं है कोई खास। ते लेकिन फिर भी विरोध हो रहा। विरोध जायज़ है,
ਕੋਈ ਗੱਲ ਨਹੀਂ, ਪਾਰਟੀ ਦੇ ਕਰਕੇ ਸ਼ਾਇਦ ਹੋ ਰਿਹਾ ਹੋਏਗਾ, ਲੇਕਿਨ ਥੋੜ੍ਹੀ ਜਿਹੀ ਉਦੋਂ ਹਿਰਦੇ ਵਲੂੰਦਰੇ ਜਾਂਦੇ ਜਦੋਂ ਕੋਈ ਆ ਕੇ ਘਰ ਦੇ ਸਾਹਮਣੇ। ਵਿਰੋਧ ਇਸ ਤਰ੍ਹਾਂ ਹੋਣਾ ਚਾਹੀਦਾ ਲੋਕਤੰਤਰ ਵਿੱਚ ਕਿ ਵਿਰੋਧੀ ਤਾਂ ਨਹੀਂ, ਆਪਣੇ ਲੋਕ ਆ, ਘਰਾਓ ਜਿਹਨੂੰ ਕਹਿ ਦਿੰਦੇ ਆ, ਉਹ ਆਉਣ ਅਤੇ ਸਾਡੇ ਘਰ ਲੰਗਰ ਬਣਿਆ ਹੋਵੇ, ਮੈਂ ਹੱਥੀਂ ਛਕਾਵਾਂ ਅਤੇ ਵੀ ਗੱਲਬਾਤ ਵੀ ਕਰੀਏ ਵੀ ਆਹ ਧੱਕਾ ਹੋ ਰਿਹਾ ਜਾਂ ਜੋ ਵੀ ਵਟ ਐਵਰ, ਹੈ ਨਾ, ਸਿਆਣੇ ਤਰੀਕੇ ਨਾਲ ਗੱਲ ਕੀਤੀ ਜਾਵੇ। ਲੋਕ ਆਸ ਰੱਖਦੇ ਸੀ ਤੁਹਾਡੇ ਤੋਂ ਅਤੇ ਸਨੀ ਦਿਓਲ ਤੋਂ, ਜਿਵੇਂ ਬਾਕੀ ਸਿੰਗਰ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਨੇ, ਕਿਸਾਨਾਂ ਦੇ ਹੱਕ ਦੇ ਵਿੱਚ ਗਾਣੇ ਵੀ ਆ ਰਹੇ ਨੇ, ਪਰ ਤੁਹਾਡੇ ਮੂੰਹੋਂ ਇੱਕ ਵੀ ਸ਼ਬਦ ਕਿਸਾਨਾਂ ਦੇ ਲਈ ਨਿਕਲਿਆ? ਮੇਰੇ ਕਰੋੜ ਕੁ ਲਫ਼ਜ਼ ਨਿਕਲਿਆ ਕਿਸਾਨਾਂ ਦੇ ਹੱਕ 'ਚ, ਅਤੇ ਖਿਲਾਫ ਇੱਕ ਵੀ ਨਹੀਂ ਗਾ। ਜੇ ਹੁਣ ਨਹੀਂ ਕੋਈ ਸੁਣੇ ਤਾਂ ਮੈਂ ਕੀ ਕਰਾਂ। ਸਨੀ ਦਿਓਲ ਗੁਰਦਾਸਪੁਰੋਂ, ਉਹਨੂੰ ਉਹਦਾ ਫਰਜ਼ ਜੋ ਵੀ ਹੈ ਉਹ ਖੁਦ ਜ਼ਿੰਮੇਵਾਰ ਹੈ। ਮੈਂ ਤਾਂ ਦਿੱਲੀ ਤੋਂ MP ਹਾਂ, ਇਹਦੇ ਬਾਵਜੂਦ ਮੈਂ ਚੁੱਪ ਨਹੀਂ ਕੀਤਾ, ਹਮੇਸ਼ਾ ਹੱਕ 'ਚ ਬੋਲਿਆ। ਦੱਸੋ ਮੈਨੂੰ ਇੱਕ ਲਫ਼ਜ਼ ਵੀ ਖਿਲਾਫ ਬੋਲਿਆ ਹੋਵੇ, ਅਤੇ ਕਰੋੜਾਂ ਲਫ਼ਜ਼ ਮੈਂ ਹਾਂ ਦਾ ਨਾਅਰੇ ਦੇ ਤੌਰ 'ਤੇ ਬੋਲਦਾ। ਤੁਸੀਂ ਕੋਈ ਕਦਮ ਚੁੱਕਿਆ ਇਹ ਕਿਸਾਨਾਂ ਦਾ ਜਿਹੜਾ ਪੂਰਾ ਐਪੀਸੋਡ ਚੱਲ ਰਿਹਾ ਇਹਨੂੰ ਖ਼ਤਮ ਕਰਵਾਉਣ ਦੀ? ਮੈਂ ਬਹੁਤ ਕਦਮ ਚੁੱਕੇ, ਲੇਕਿਨ ਚੱਲੀ ਇੱਕ ਨਹੀਂ। ਮੈਂ ਅੱਗੇ ਹੁਣੇ ਸ਼ੇਰ ਬੋਲ ਰਿਹਾ ਸੀ ਅਤੇ ਉਹ ਤੁਹਾਡੇ ਵੀ ਬੋਲ ਦਿੰਦਾ ਕਿ ਬਸ ਸਾਡਾ ਵੱਸ ਨਹੀਂ ਉਹ ਚੱਲਦਾ, ਬਸ ਸਾਡਾ ਵੱਸ ਨਹੀਂ ਉਹ ਚੱਲਦਾ, ਕੀ ਅਸਾਂ ਦਾ ਹੋਣਾ, ਲਿੱਸੇ ਦਾ ਕੀ ਜ਼ੋਰ ਮਮਦਾ, ਨੱਸ ਜਾਣਾ ਜਾਂ ਰੋਣਾ। ਕੋਈ ਸੁਣਦਾ ਹੀ ਨਹੀਂ। ਉਹ ਜੇ ਅੰਦੋਲਨ ਸ਼ੁਰੂ ਹੋਇਆ ਸੀ, ਮੈਂ ਜਲੰਧਰ ਚਲੇ ਗਿਆ ਸੀ, ਜਾ ਕੇ ਅਪੀਲ ਕੀਤੀ, ਕੋਸ਼ਿਸ਼ ਕੀਤੀ ਕਿਸੇ ਨਾਲ ਸੰਪਰਕ ਹੋ ਜਾਵੇ, ਨਹੀਂ ਹੋ ਸਕਿਆ। ਉਹਦੀ ਸੰਪਰਕ ਤਾਂ ਕੀ ਹੋਣਾ ਸੀ, ਗਾਲਾਂ ਗੂਲਾਂ ਖਾ ਕੇ ਮੈਂ ਇੱਥੇ ਆ ਗਿਆ। ਅਤੇ ਇੱਥੇ ਜਦੋਂ ਆ ਗਿਆ ਅਤੇ ਉਦੋਂ ਦਾ ਵੀ ਲੱਗਾ ਹੋਇਆ, ਜਿੰਨੀ ਕੁ ਬੋਲਣਾ ਚਾਹੀਦਾ ਉਸ ਤੋਂ ਮੈਂ ਜ਼ਿਆਦਾ ਬੋਲਦਾ। ਹਾਲਾਂਕਿ ਮੈਂ ਫਿਰ ਰਿਪੀਟ ਕਰਾਂ ਕਿ ਮੈਂ ਕੋਈ ਡਿਸੀਜ਼ਨ ਮੇਕਰ ਨਹੀਂ, ਮੈਂ ਕੋਈ ਐਸਾ ਮੇਰੇ ਕੋਲ ਕੋਈ ਅਧਿਕਾਰ ਨਹੀਂ ਗਾ, ਨਾ ਪੋਰਟਫੋਲੀਓ ਆ ਜਿਹਦੇ ਵਜ੍ਹਾ ਨਾਲ ਮੈਂ ਕੋਈ ਡਿਸੀਜ਼ਨ ਲੈ ਸਕਾਂ। ਫਿਰ ਵੀ ਮੈਂ ਬੋਲਦਾ ਹਾਂ ਕਿਉਂਕਿ ਮੈਂ ਪੰਜਾਬ ਦਾ ਰਿਜ਼ਕ ਖਾਧਾ, ਪੰਜਾਬੀ ਆ। ਸਾਰੇ ਲੋਕਾਂ ਦੇ ਵੈਸੇ ਵੀ ਇਨਸਾਨੀਅਤ ਨਾਤੇ ਸਾਰਿਆਂ ਨੂੰ ਸਾਨੂੰ ਬੋਲਣਾ ਚਾਹੀਦਾ। ਅਸੀਂ ਕੋਈ ਇੱਦਾਂ ਘੁੱਗੂ ਜਿਹਾ ਬਣ ਕੇ ਥੋੜ੍ਹੀ, ਚੁੱਪ ਕਰਕੇ ਥੋੜ੍ਹੀ ਬੈਠੇ ਹਾਂ ਉਦੋਂ ਦੇ। ਤੁਸੀਂ ਮੀਟਿੰਗ ਕਰਵਾਉਣ ਦੀ ਵੀ ਗੱਲ ਕਰਦੇ ਸੀ ਕੇਂਦਰ ਦੇ ਨਾਲ ਕਿਸਾਨਾਂ ਦੀ, ਕਿ ਕੇਂਦਰ ਨੇ ਤੁਹਾਨੂੰ ਭੇਜਿਆ ਸੀਗਾ ਕਿ ਉਹਨਾਂ ਨਾਲ ਮੀਟਿੰਗ ਕਰਵਾਓ, ਜਾਂ ਤੁਸੀਂ ਆਪਣੇ ਆਪ ਹੀ ਕਹਿ ਰਹੇ ਸੀ? ਮੈਂ ਐਕਚੁਅਲੀ ਉਦੋਂ ਪਹਿਲੀ ਵਾਰੀ ਘਿਰਾਓ ਹੋਇਆ ਸੀਗਾ ਅਤੇ ਮੈਨੂੰ ਇਹ ਲੱਗਾ ਕਿ ਮੈਨੂੰ ਜਾਣਾ ਚਾਹੀਦਾ, ਮੈਨੂੰ ਮਿਲਣਾ ਚਾਹੀਦਾ। ਲੇਕਿਨ ਉਹ ਰਸਤੇ 'ਚ ਹੀ ਵੀਡੀਓ ਆ ਗਈ ਜਦੋਂ ਉਹਨੇ ਕਿਹਾ ਵੀ ਕੁਛ ਇੱਦਾਂ ਦੀ ਗੱਲ ਸੀਗੀ, ਅਤੇ ਫਿਰ ਮਿਲਣਾ ਤਾਂ ਕੀ ਸੀ, ਉਹ ਤਾਂ ਚਲੇ ਗਏ। ਲੇਕਿਨ ਮੈਂ ਰਾਤੋਂ ਰਾਤ, ਜਿੱਦਾਂ ਅੱਜ ਘਿਰਾਓ ਹੋਇਆ, ਮੈਂ ਉਸੇ ਰਾਤ ਹੀ ਤੁਰ ਪਿਆ। ਸਵੇਰੇ ਜਲੰਧਰ ਜਾ ਕੇ ਮੈਂ ਕਿਹਾ ਕੋਈ ਖਤਰਨਾਕ ਕੰਮ ਹੈ ਇਹ। ਮੈਨੂੰ ਲੱਗਦਾ ਸੀ ਜੋ ਹੁਣ ਦਿਨ ਜਿੱਥੇ ਪਹੁੰਚ ਗਈ ਹੈ ਨਾ ਗੱਲ, ਇੱਦਾਂ ਦੇ ਹੋ ਜਾਣੇ ਹਾਲਾਤ। ਮੈਂ ਕੋਸ਼ਿਸ਼ ਇਸ ਤੋਂ ਬਹੁਤ ਪਹਿਲਾਂ ਸ਼ੁਰੂ ਕੀਤੀ ਸੀ। ਉਹ ਮੈਂ ਇੱਕ ਬਹੁਤ ਵੱਡੇ ਬੰਦੇ ਨੂੰ ਫ਼ੋਨ ਵੀ ਕੀਤਾ ਸੀ ਕਿ ਇੱਥੇ ਦਿੱਲੀ ਆ ਜਾਓ ਅਤੇ ਕੰਮ ਖਰਾਬ ਹੋ ਜਾਣਾ, ਨਹੀਂ ਮੇਰੀ ਸੁਣੀ। ਖੈਰ ਉਦੋਂ ਜਦੋਂ ਮੈਂ ਗਿਆ ਜਲੰਧਰ ਬਹੁਤ ਇੰਟਰਵਿਊ ਕੀਤੇ, ਹਰ ਚੈਨਲ 'ਤੇ ਮੈਂ ਬੋਲਿਆ। ਮੈਨੂੰ ਲੱਗਦਾ ਜਦੋਂ ਦਾ MP ਬਣਿਆ ਮੈਂ ਕਦੀ ਇੰਟਰਵਿਊ ਵਗੈਰਾ ਘੱਟ ਹੀ ਦਿੱਤਾ। ਇੱਥੇ ਵੀ ਮੈਨੂੰ ਘੇਰ ਲੈਂਦੇ, ਮੈਂ ਘੱਟ ਬੋਲਦਾ। ਮੈਨੂੰ ਸਮਝ ਆ ਇਸ ਗੱਲ ਦੀ ਕਿ ਮੈਨੂੰ ਸਿਆਸਤ ਦੀ ਨਹੀਂ ਸਮਝ, ਮੈਨੂੰ ਸੰਗੀਤ ਦੀ ਸਮਝ ਆ। ਸਿਆਸਤ ਦੀ ਗ੍ਰੈਮਰ ਆਉਂਦੀ ਐਵੇਂ ਬੋਲ ਕੇ ਫਸ ਜਾਵਾਂਗੇ, ਸੋ ਘੱਟ ਬੋਲਦਾ। ਲੇਕਿਨ ਉੱਥੇ ਜਾ ਕੇ ਮੈਂ ਬਹੁਤ ਬੋਲਿਆ, ਇਸ ਕਰਕੇ ਕਿ ਮੇਰੀ ਕੋਈ ਚੀਖ ਪੁਕਾਰ ਸੁਣ ਲਵੇ, ਮੇਰੀ ਅਪੀਲ ਸੁਣ ਲਵੇ। ਔਰ ਮੈਂ ਐਲਾਨ ਕੀਤਾ ਕਿ ਮੈਂ ਨਾ ਕਿਸੇ ਦਾ ਭੇਜਿਆ ਆ, ਨਾ ਤੁਸੀਂ ਮੈਨੂੰ ਬੁਲਾਇਆ, ਕਿਉਂਕਿ ਮੈਂ ਪੰਜਾਬੀ ਹਾਂ। ਕੁਦਰਤ ਮੈਨੂੰ ਉੱਥੇ ਲੈ ਗਈ ਆ, ਮੈਂ MP ਉੱਥੋਂ ਹਾਂ, ਲੇਕਿਨ ਮੈਂ ਹਮਦਰਦ ਬਣ ਕੇ ਆਇਆ। ਮੈਨੂੰ ਵੀ ਦੁੱਖ ਆ, ਮੈਨੂੰ ਵੀ ਤਕਲੀਫ ਆ। ਆਓ ਚੱਲੀਏ, ਮੈਂ ਮਿਲਾਵਾਂਗਾ ਪ੍ਰਧਾਨ ਮੰਤਰੀ ਸਾਹਿਬ ਨਾਲ। ਲੇਕਿਨ ਮੈਂ ਉਦੋਂ ਗੱਲ ਕਰ ਲਈ ਸੀ ਉੱਥੋਂ ਜਲੰਧਰੋਂ, ਜਨਾਬ JP ਨੱਡਾ ਸਾਹਿਬ ਆ ਸਾਡੇ ਰਾਸ਼ਟਰੀ ਅਧਿਅਕਸ਼, ਸਾਰੇ ਭਾਰਤ ਦੇ ਪ੍ਰਧਾਨ, ਉਹਨਾਂ ਨਾਲ। ਅਤੇ ਮੈਨੂੰ ਇਹ ਲੱਗਦਾ ਸੀ ਕਿ ਉਹਨਾਂ ਕੋਲ ਜਾਵਾਂਗੇ, ਫਿਰ ਮਾਨਯ ਅਮਿਤ ਸ਼ਾਹ ਸਾਹਿਬ ਜੋ ਹੋਮ ਮਿਨਿਸਟਰ ਸਾਹਿਬ ਆ ਉਹਨਾਂ ਕੋਲ ਜਾਵਾਂਗੇ, ਫਿਰ ਪ੍ਰਾਈਮ ਮਿਨਿਸਟਰ ਕੋਲ ਤਾਂ ਲੈ ਹੀ ਜਾਣਾ ਇਹਨਾਂ ਨੇ। ਉਦੋਂ ਕਿਉਂਕਿ ਅਜੇ ਨਵਾਂ ਕੰਮ ਸੀ ਨਾ, ਇੰਨਾ ਨਹੀਂ ਸੀ ਹੋਇਆ, ਅਤੇ ਉਦੋਂ ਅਜੇ MSP ਦੀ ਸਿਰਫ ਗੱਲ ਚੱਲਦੀ ਸੀ ਅਤੇ ਕੰਟਰੋਲੇਬਲ ਸੀ, ਸੋਲਵ ਹੋ ਸਕਦਾ ਸੀ। ਖੈਰ ਕਿਸੇ ਨੇ ਨਾ ਸੁਣੀ। ਹਾਂ, ਗਾਲਾਂ ਗੂਲਾਂ ਮੈਂ ਸੁਣੀਆਂ। ਇਹਦੇ ਵਿੱਚ ਮੈਨੂੰ ਦੱਸੋ, ਜਿਹੜੇ ਲਟਕਾਉਣਾ ਹੀ ਚਾਹੁੰਦੇ ਸੀ ਅੰਦੋਲਨ ਨੂੰ, ਉਹ ਉਹਨਾਂ ਨੇ ਕਿਹਾ ਇਹ ਬੰਦਾ ਕੌਣ ਹੈ, ਇਹਦੀ ਔਕਾਤ ਕੀ ਹੈ, ਇਹ ਕਿੱਦਾਂ ਕਰੂਗਾ। ਉਹਨਾਂ ਨੇ ਇਹ ਨਹੀਂ ਸੋਚਿਆ
ਕਿ ਮੈਂ ਕਿਸੇ ਬੇਸ 'ਤੇ ਹੀ ਕਹਿ ਰਿਹਾ। ਮੈਂ ਦਿੱਲੀ ਜਾਣਾ, ਮੈਂ ਕਿੱਦਾਂ ਜਾਵਾਂਗਾ ਜੇ ਕਹਾਂਗਾ ਪ੍ਰਧਾਨ ਮੰਤਰੀ? ਉਹ ਅਗਲੇ ਕਹਿਣਗੇ ਤੂੰ ਕਿਹਨੂੰ ਪੁੱਛ ਕੇ ਕਿਹਾ ਸੀ? ਇਹਦਾ ਮਤਲਬ ਮੈਂ ਕਿਸੇ ਨੂੰ ਪੁੱਛ ਕੇ ਕਿਹਾ ਸੀ। ਜੇ ਮੈਂ ਲੈ ਆਂਦੇ ਪੰਜਾਬੋਂ ਤੇ ਮੈਂ ਵਾਪਸ ਕਿਹੜੇ ਮੂੰਹ ਨਾਲ ਜਾਊਂਗਾ ਜੇ ਨਾ ਮਿਲਾ ਸਕਿਆ? ਠੀਕ ਹੈ, ਇਹ ਦੋਨੇ ਗੱਲਾਂ ਦਾ ਮੈਨੂੰ ਫਿਕਰ ਸੀ। ਲੇਕਿਨ ਕਿਸੇ ਤੁਹਾਨੂੰ ਵੀ ਦੱਸ ਦੇਣਾ ਚਾਹੀਦਾ ਸੀ ਨਾ ਕਿ ਮੇਰੀ ਗੱਲਬਾਤ ਹੋਈ ਆ ਉੱਥੇ, ਤਾਂ ਆਪਾਂ ਚੱਲਦੇ ਹਾਂ। ਮੈਂ ਦੱਸਿਆ ਇੰਟਰਵਿਊ ਦੇਖੋ, ਮੈਂ ਕਿਹਾ ਜਗਤ ਪ੍ਰਕਾਸ਼ ਨੱਡਾ ਸਾਹਿਬ ਨਾਂ ਲਿਆ ਪ੍ਰੋਪਰ। ਮੈਂ ਕਿਹਾ ਉਹਨਾਂ ਨਾਲ ਗੱਲ ਹੋਈ ਆ ਜਾਓ ਮੇਰੇ ਨਾਲ ਪ੍ਰਧਾਨ ਮੰਤਰੀ ਕੋਲ ਚੱਲਦੇ ਆ। ਇੱਥੇ ਯਾਰ ਕੋਈ ਸੁਣਦਾ ਥੋੜ੍ਹੀ ਆ। ਬਹੁਤ ਸਾਰੇ ਬੰਦੇ ਆ ਜਿਹੜੇ ਇਲੈਕਸ਼ਨ ਕਹਿੰਦਾ ਸੌਰੀ ਅੰਦੋਲਨ ਨੂੰ ਲਟਕਾਉਣਾ ਚਾਹੁੰਦੇ ਸੀ। ਕੁਛ ਪਾਰਟੀਆਂ ਨੂੰ ਲੱਗਦਾ ਸੀ ਅਸੀਂ ਰਿਪੀਟ ਹੋ ਜਾਵਾਂਗੇ, ਦੁਬਾਰਾ ਫਿਰ ਆ ਜਾਊਗਾ। ਕੁਛ ਪਾਰਟੀਆਂ ਨੂੰ ਲੱਗਦਾ ਖਰੇ ਅੰਦੋਲਨ ਲਟਕੇਗਾ, ਅਸੀਂ ਸਰਵਾਈਵ ਵੀ ਕਰ ਜਾਵਾਂਗੇ। ਉਹ ਜਿਹੜਾ 2022 ਵਾਲਾ ਕੁੱਤਾ ਫਸਿਆ ਸੀ ਨਾ ਉਦੋਂ, ਹੁਣ ਦਾ ਨਹੀਂ ਮੈਨੂੰ ਪਤਾ, ਹੁਣ ਤਾਂ ਇਹਨਾਂ ਦੇ ਵੀ ਵੱਸੋਂ ਬਾਹਰ ਗੱਲ ਚਲੀ ਗਈ ਹੈ। ਉਦੋਂ ਇਹ ਸੀਗਾ, ਉਹਨਾਂ ਨੇ ਕਿਹਾ ਇਹ ਜੇ ਆਇਆ ਤਾਂ ਹੈ, ਗੱਲ ਤਾਂ ਹੈ ਕੀਤੀ ਇਹਨੇ, ਅਤੇ ਜੇ ਖਤਮ ਹੋ ਗਿਆ ਤਾਂ ਫਿਰ ਆਪਾਂ ਲਟਕਾਵਾਂਗੇ ਕਿੱਦਾਂ? ਉਹਨਾਂ ਨੂੰ ਇਹ ਨਹੀਂ ਸੀ ਪਤਾ ਇੱਥੇ ਤੱਕ ਗੱਲ ਪਹੁੰਚ ਜਾਏਗੀ। ਆਈ ਕੈਨ ਅਜ਼ਿਊਮ, ਮੈਨੂੰ ਆਈ ਐਮ ਨਾਟ ਸ਼ੋਰ, ਲੇਕਿਨ ਮੈਨੂੰ ਇਹ ਪਤਾ ਹੈ ਕਿ ਦੂਜੇ ਤੀਜੇ ਦਿਨ ਮੈਨੂੰ ਗਾਲਾਂ ਗੋਲਾਂ ਕੱਢਣ ਲੱਗ ਪਿਆ ਸੀ ਤਾਂ ਕਿ ਡਿਸਟਰਬ ਹੋ ਕੇ ਉਹ ਵਾਪਸ ਦਿੱਲੀ ਚੱਲ ਜਾਵੇ। ਔਰ ਜਿਹੜਾ ਕਿ ਹੋਇਆ, ਮੈਂ ਦਿੱਲੀ ਆ ਗਿਆ। ਕੋਸ਼ਿਸ਼ ਮੈਂ ਇਕੱਲੇ ਨੇ ਨਹੀਂ ਕੀਤੀ, ਰਿਟਾਇਰਡ DGP ਸਾਹਿਬ ਸੀਗੇ, ਉਹ ਸੀਗੇ, ਇੱਕ IAS ਆਫੀਸਰ ਸੀ ਰਿਟਾਇਰ, ਇੱਕ ਹੋਰ ਸੀ। ਉਹ ਕਹਿੰਦੇ ਸਾਡਾ ਸਾਰਿਆਂ ਨਾਲ ਬਹੁਤ ਵਾਹ ਪਿਆ ਕਿਸਾਨ ਜਥੇਬੰਦੀਆਂ, ਅਸੀਂ ਗੱਲ ਕਰਦੇ। ਕੋਈ ਫੋਨ 'ਤੇ ਆਇਆ ਨਹੀਂ। ਇੱਕ ਸੀਨੀਅਰ ਪੱਤਰਕਾਰ ਨੇ ਵੀ ਮੇਰੇ ਨਾਲ ਵਾਅਦਾ ਕੀਤਾ ਸੀ, ਖੰਨੇ ਕੋਲ ਉਹ ਰਹਿੰਦਾ, ਅਤੇ ਉਹ ਅਜੀਤ ਅਖਬਾਰ ਲਈ ਸ਼ਾਇਦ ਲਿਖਦਾ ਕੋਈ ਸਰਗੋਸ਼ੀਆਂ, ਪਤਾ ਨਹੀਂ ਕੀ ਆ, ਸਰਗੋਸ਼ੀਆਂ, ਅਤੇ ਮੈਂ ਨਾਂ ਭੁੱਲ ਗਿਆ ਉਹਨਾਂ ਦਾ। ਅਤੇ ਉਹਨਾਂ ਨਾਲ ਵੀ ਗੱਲ ਹੋਈ। ਉਹਨਾਂ ਨੇ ਵੀ ਕਹਿੰਦੇ ਰਾਜੇਵਾਲ ਸਾਹਿਬ ਨਾਲ ਮੈਂ ਕਰਾਉਣਾ, ਅੱਜ ਕਰਾਉਣਾ, ਕੱਲ੍ਹ ਕਰਾਉਣਾ। ਪਰਸੋਂ ਨੂੰ ਉਹਨੇ ਕਿਹਾ ਕਿ ਨਹੀਂ, ਉਹ ਨਹੀਂ ਗੱਲ ਕਰਨੀ ਚਾਹੁੰਦੇ। ਫਿਰ ਮੈਂ ਇੱਥੇ ਦਿੱਲੀ ਆ ਗਿਆ ਬਸ। ਤੁਹਾਡੀ ਰਾਜੇਵਾਲ ਸਾਹਿਬ ਨਾਲ ਹੋ ਨਹੀਂ ਸਕੀ ਫਿਰ ਗੱਲ? ਮੇਰੀ ਗੱਲ ਫਿਰ ਲੇਟ ਹੋਈ। ਉਹ ਐਕਚੁਅਲੀ ਆਪਣੇ ਪ੍ਰਾਈਮ ਏਸ਼ੀਆ ਦਾ ਸੀਨੀਅਰ ਪੱਤਰਕਾਰ ਸੀ। ਉਹਨੇ ਮੈਂ ਕਿਹਾ ਪਹਿਲਾਂ ਯਾਰ ਉੱਥੇ ਅਫਸਰ, ਉਦੋਂ ਫਿਰ ਇੱਕ ਮੀਟਿੰਗ ਹੋ ਗਈ ਸੀ ਅਫਸਰਾਂ ਨਾਲ, ਕਿਸਾਨਾਂ ਦੀ ਮੀਟਿੰਗ ਹੋ ਗਈ ਸੀ। ਅਤੇ ਕਿਸਾਨਾਂ ਦੀ ਨਹੀਂ ਬਲਕਿ ਜਥੇਬੰਦੀਆਂ ਦੀ ਕਹਿਣਾ ਚਾਹੀਦਾ, ਕਿਸਾਨ ਲੀਡਰਾਂ ਦੀ। ਅਤੇ ਉਹਨਾਂ ਦੀ ਹੋ ਗਈ ਸੀ। ਅਤੇ ਉਹਨਾਂ ਨੇ ਕੋਈ ਉਦੋਂ ਮੰਤਰੀ ਨਹੀਂ ਸੀ ਮਿਲੇ, ਕੋਈ ਵੀ, ਨਾ ਖੇਤੀਬਾੜੀ ਮੰਤਰੀ, ਨਾ ਕੋਈ ਹੋਰ ਮੰਤਰੀ। ਅਤੇ ਫਿਰ ਮੈਨੂੰ ਉਹਨਾਂ ਨੇ ਕਿਹਾ, ਪ੍ਰਾਈਮ ਏਸ਼ੀਆ ਵਾਲੇ ਪੰਨੂ ਸਾਹਿਬ ਨੇ, ਉਹਨੇ ਕਿਹਾ ਯਾਰ ਪਹਿਲਾਂ ਇੰਟਰਵਿਊ ਕਰਾਓ, ਉੱਥੇ ਕੋਈ ਮਿਲਦਾ ਨਹੀਂ। ਮੈਂ ਫਿਰ ਇੰਟਰਵਿਊ ਕਰਾਇਆ, ਫਿਰ ਇੱਕ ਹੋਰ ਚੈਨਲ ਨੂੰ ਕਰਵਾਇਆ। ਫਿਰ ਉਹਨਾਂ ਨੇ ਕਿਹਾ ਯਾਰ ਜੇ ਐਡੀ ਗੱਲ ਹੈ ਤਾਂ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਕਿਉਂ ਨਹੀਂ? ਸਾਡੇ ਹੁਣ ਚੈਨਲ 'ਤੇ ਇੰਟਰਵਿਊ ਕਰਾਤਾ ਤੂੰ 1 ਮਿੰਟ 'ਚ, ਦੂਸਰੇ ਚੈਨਲ 'ਤੇ ਵੀ ਕਰਾਤਾ। ਜੇ ਤੇਰੀ ਗੱਲ ਮੰਨਦੇ ਆ ਤਾਂ ਤੂੰ ਗੱਲ ਕਰਾ ਰਾਜੇਵਾਲ ਸਾਹਿਬ ਨਾਲ। ਮੈਂ ਕਿਹਾ ਯਾਰ ਉਹ ਗਾਲਾਂ ਗੂਲਾਂ ਬਹੁਤ ਕੱਢਦੇ ਆ ਦੂਸਰੇ ਕਿਸਾਨ ਜਥੇ, ਕਹਿੰਦੇ ਰਾਜੇਵਾਲ ਨਹੀਂ ਇੱਦਾਂ ਦਾ ਬੰਦਾ। ਮੈਂ ਕਿਹਾ ਫਿਰ ਕਰੋ ਗੱਲ ਉਹਨਾਂ ਨੇ ਗੱਲ ਕੀਤੀ ਹੋਏਗੀ, ਮੈਨੂੰ ਨਹੀਂ ਪਤਾ, ਪਰ ਮੈਨੂੰ ਉਹਨਾਂ ਨੇ ਨੰਬਰ ਉਹਨਾਂ ਨੇ ਦਿੱਤਾ ਰਾਜੇਵਾਲ ਸਾਹਿਬ ਦਾ। ਮੈਂ ਫ਼ੋਨ ਕੀਤਾ, ਰਾਜੇਵਾਲ ਸਾਹਿਬ ਦੀ ਪਿੱਠ ਸੁਣਦੀ। ਉਹ ਬਹੁਤ ਅਕਲ ਨਾਲ, ਬਹੁਤ ਤਹਿਜ਼ੀਬ ਨਾਲ, ਅਦਬ ਨਾਲ ਮੇਰੇ ਨਾਲ ਪੇਸ਼ ਆਏ, ਬੜੀ ਅੱਛੀ ਤਰ੍ਹਾਂ ਗੱਲ ਕੀਤੀ। ਮੈਂ ਕਿਹਾ ਸਰ ਹੁਕਮ ਕਰੋ, ਮੈਂ ਕੀ ਕਰ ਸਕਦਾ? ਕਹਿੰਦੇ ਯਾਰ ਉਹ ਅਸੀਂ ਗਏ ਸੀ, ਉੱਥੇ ਆਫੀਸਰਸ ਮਿਲੇ ਰਿਹਾ, ਕੋਈ ਮੰਤਰੀ ਵਗੈਰਾ ਨਹੀਂ ਮਿਲਿਆ, ਅਸੀਂ ਕਿਹਦੇ ਨਾਲ ਗੱਲ ਕਰੀਏ? ਮੈਂ ਕਿਹਾ ਸਰ ਕਿਹੜਾ ਮੰਤਰੀ? ਕਹਿੰਦੇ ਖੇਤੀਬਾੜੀ ਮੰਤਰੀ ਮਿਲਣਾ ਚਾਹੀਦਾ। ਮੈਂ ਕਿਹਾ ਜੀ ਤੁਸੀਂ ਫ਼ੋਨ ਰੱਖੋ। ਮੈਂ ਫਿਰ ਮੁਨਾਸਬ ਸਮਝਿਆ ਕਿ ਮੈਂ ਕਿਹਾ ਸਰਦਾਰ ਸਾਹਿਬ ਤੁਸੀਂ ਮੇਰੇ ਲਈ ਬਹੁਤ ਸਤਿਕਾਰਯੋਗ ਹੈ ਰਾਜੇਵਾਲ ਸਾਹਿਬ, ਹੁਣ ਮੰਤਰੀ ਜੀ ਦਾ ਫ਼ੋਨ ਆਏਗਾ। ਫਿਰ ਮੰਤਰੀ ਜੀ ਨੇ ਉਹਨਾਂ ਨੂੰ ਫ਼ੋਨ ਕੀਤਾ। ਫਿਰ ਮੀਟਿੰਗਾਂ ਸ਼ੁਰੂ ਹੋਈਆਂ। ਦੇਖੋ ਹੁਣ ਮੀਟਿੰਗ ਆ ਉਹ ਤੁਸੀਂ ਤਾਲਮੇਲ ਕਰਵਾਇਆ ਇਹਨਾਂ ਦਾ? ਮਤਲਬ ਗੱਲ ਮੈਂ ਕਰਾਈ ਹੈ। ਹੁਣ ਮੈਨੂੰ ਪਤਾ ਨਹੀਂ ਤਾਲਮੇਲ ਇਹਨੂੰ ਕਹਿ ਲਓ, ਓਵਰ ਮੈਂ ਆਪਣਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ। ਗੱਲ ਪਹਿਲੀ ਵਾਰੀ ਮੈਂ ਹੀ ਕਰਾਈ ਆ। ਰਾਜੇਵਾਲ ਸਾਹਿਬ ਨੂੰ ਪੁੱਛ ਲਿਓ, ਪੰਨੂ ਨੂੰ ਪੁੱਛ ਲਓ, ਸਾਰੇ ਬੰਦੇ ਜਿਨ੍ਹਾਂ ਦਾ ਵੀ ਮੈਂ ਨਾਂ ਲਿਆ। ਤੋਮਰ ਸਾਹਿਬ ਨੂੰ ਇੰਟਰਵਿਊ ਕਰਦੇ ਤੁਸੀਂ, ਉਹਨਾਂ ਨੂੰ ਪੁੱਛ ਲਿਓ ਬਈ। ਅਤੇ ਰਾਜੇਵਾਲ ਸਾਹਿਬ ਦੀ ਕਿਹਨੇ ਗੱਲ ਕਰਾਈ? ਕਹੇਗੇ ਹੰਸਰਾਜ ਹੰਸ ਨੇ ਗੱਲ ਕਰਾਈ ਸੀ। ਅੱਛਾ ਹੁਣ ਮੈਂ ਚੁੱਪ ਕਿੱਥੇ ਹਾਂ? ਮੈਂ ਖਿਲਾਫ ਕਿੱਥੇ ਹਾਂ? ਮੈਂ ਕਿਸਾਨ ਅਤੇ ਕਿਸਾਨੀ ਦੇ ਖਿਲਾਫ ਕਿੱਥੇ ਹਾਂ? ਕਿਉਂ ਮਤਲਬ ਗਾਲੀ ਗਲੋਚ ਕੱਢਦੇ ਬਿਨਾਂ ਹੀ ਗੱਲ ਤੋਂ? ਵਾਏ ਤੁਸੀਂ ਇੰਨਾ ਐਫਰਟ ਕਰ ਰਹੇ ਹੋ ਤਾਂ ਫਿਰ ਕਿਸਾਨ ਜਾਂ ਪੰਜਾਬ ਦੇ ਲੋਕ ਜਿਹੜੇ ਫਿਰ ਵੀ ਤੁਹਾਡਾ ਵਿਰੋਧ ਕਿਉਂ? ਮੈਨੂੰ ਪਤਾ ਨਹੀਂ, ਕਿਸਾਨ ਤਾਂ ਨਹੀਂ ਵਿਰੋਧ ਕਰਦੇ ਹੋਣਗੇ, ਉਹਨਾਂ ਨੂੰ ਪਤਾ ਹੋਏਗਾ ਕਿ ਲੱਗਾ ਹੋਇਆ ਵਿਚਾਰਾ ਜਿਹੜਾ ਮਿੱਟੀ 'ਚ ਮਿੱਟੀ ਹੁੰਦਾ ਨਾ, ਹਲ ਵਾਹੁੰਦਾ ਜਾਂ ਕਿਸਾਨੀ ਕਰਦਾ, ਉਹ ਪਾਪੀ ਨਹੀਂ ਹੁੰਦਾ। ਉਹ ਬਹੁਤ ਸਾਫ਼ ਦਿਲ ਲੋਕ ਹੈ। ਮੈਂ ਵਿਚ ਰਿਹਾ। ਮੇਰੇ ਪਿਤਾ ਜੀ ਸਰਦਾਰ ਅਰਜਨ ਸਿੰਘ ਖੁਦ ਪੌਲੀ 'ਤੇ ਲੈ ਕੇ ਜ਼ਮੀਨ ਖੇਤੀਬਾੜੀ ਕਰਦੇ ਸੀ। ਮੈਂ ਕਈ ਵਾਰੀ ਕਿਹਾ ਮੈਂ ਫਲਿਆਂ 'ਤੇ ਝੂਟੇ ਲਏ ਹੋਏ। ਉਦੋਂ ਅਜੇ ਮਸ਼ੀਨਾਂ ਵੀ ਨਹੀਂ ਸੀ ਆਈਆਂ ਗਾਉਣ ਵਾਲੀਆਂ। ਹੁਣ ਤਾਂ ਕੰਬਾਈਨਾਂ ਆ ਗਈਆਂ। ਇਹ ਮਸ਼ੀਨ ਵੀ ਬਾਅਦ 'ਚ ਆਈ ਆ ਗਾਉਣ ਵਾਲੀ ਜਿਹੜੀ ਕਣਕ।
ਤੇ ਪਹਿਲਾਂ ਬੀਜਣਾ, ਫਿਰ ਗਾਉਣਾ, ਫਿਰ ਬੋਲ ਦੇਖੇ ਆ। ਸਾਡੇ ਤਾਂ ਉੱਥੇ ਮੂੰਗਫਲੀ ਮਾਫਲੀ ਜ਼ਿਆਦਾ ਹੁੰਦੀ ਸੀ, ਗਿੱਲਾਂ ਗਾਖਲਾਂ, ਸ਼ਫੀਪੁਰ, ਚਮਿਆਰਾ, ਟਿੱਬੇ ਜਿਹੇ ਹੁੰਦੇ ਸੀ ਪਹਿਲਾਂ, ਤੇ ਫਿਰ ਜ਼ਮੀਨਾਂ ਕਰਾ ਕੇ ਮੈਂ ਸਾਰਾ ਦੇਖਿਆ ਆ। ਤੇ ਲੇਕਿਨ ਉਹ ਸਾਰਾ ਕੁਛ ਯਾਦ ਆਇਆ ਮੈਨੂੰ, ਫਿਰ ਤਦੀ ਤਾਂ ਮੈਂ ਗਿਆ ਜਾਂ ਹੁਣ ਕਿਸਾਨਾਂ ਨੂੰ ਤਾਂ ਪਤਾ ਮੇਰਾ ਜਿਹੜੇ ਇਹ ਹੁੰਦੇ ਨਾ ਲੀਡਰ ਨੁਮਾ, ਜਾਂ ਜਿਨ੍ਹਾਂ ਨੇ ਅੰਦੋਲਨ ਨੂੰ ਖਰਾਬ ਜਾਂ ਭਟਕਾਉਣਾ ਹੁੰਦਾ ਜਾਂ ਲਟਕਾਉਣਾ ਹੁੰਦਾ, ਜਾਂ ਮੈਨੂੰ ਪਤਾ ਨਹੀਂ ਕਿਉਂ ਬੇਕਸੂਰ ਲੋਕਾਂ ਨੂੰ ਮਰਵਾਉਣਾ ਚਾਹੁੰਦੇ ਆ, ਮੈਨੂੰ ਨਹੀਂ ਪਤਾ, ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ। ਉਹਨਾਂ ਨੇ ਗਾਲਾਂ ਹੀ ਕੱਢਣੀਆਂ ਹੁੰਦੀਆਂ ਮੈਨੂੰ। ਇੱਕ ਵਾਰੀ ਤੁਸੀਂ ਤਾਲਮੇਲ ਕਰਾਤਾ, ਦੁਬਾਰਾ ਨਹੀਂ ਗੱਲਬਾਤ ਹੋਈ ਰਾਜੇਵਾਲ ਨਾਲ ਜਾਂ ਖੇਤੀਬਾੜੀ ਮੰਤਰੀ ਦੇ ਨਾਲ? ਦੁਬਾਰਾ ਨਹੀਂ ਉਹ ਆਏ ਫੋਨ 'ਤੇ, ਫਿਰ ਉਹਨਾਂ ਦੀ ਸਿੱਧੀ ਗੱਲ ਹੋ ਗਈ। ਫਿਰ ਆਪਾਂ ਗਰੀਬਾਂ ਨੂੰ ਕੌਣ ਪੁੱਛਦਾ? ਤੁਹਾਨੂੰ ਪੁੱਛਣਾ ਨਹੀਂ ਚਾਹੀਦਾ ਸੀ ਕਿ ਕੀ ਗੱਲਬਾਤ ਹੋਈ, ਜਾਂ ਰਾਜੇਵਾਲ ਸਾਹਿਬ ਨੂੰ ਤੁਹਾਨੂੰ ਤਾਲਮੇਲ ਕਰਨਾ? ਨਹੀਂ, ਮੈਂ ਕੀਤਾ ਨਹੀਂ, ਉਹਨਾਂ ਨੇ ਗੱਲ ਫਿਰ ਨਹੀਂ ਚੁੱਕਿਆ, ਨਹੀਂ ਫੋਨ ਨਹੀਂ ਚੁੱਕਿਆ ਉਹਨਾਂ ਨੇ। ਫਿਰ ਮੈਂ ਇਹਨਾਂ ਨੂੰ ਪੁੱਛਦਾ ਰਿਹਾ, ਤੋਮਰ ਸਾਹਿਬ ਨੂੰ। ਫਿਰ ਸਾਰੇ ਪੁੱਛਣਾ ਕਿ ਜਗ ਜ਼ਾਹਰ ਆ, TV 'ਚ ਆ ਹੀ ਜਾਂਦਾ ਕੀ ਹੋਈ ਗੱਲ, ਤਾਂ ਪਤਾ ਲੱਗਦਾ ਰਿਹਾ ਜੀ ਕੋਈ ਸਿੱਟਾ ਨਹੀਂ ਨਿਕਲਿਆ। ਫਿਰ ਪਤਾ ਲੱਗਾ ਕਿ 7-8 ਨੁਕਸ ਸੀਗੇ, ਖਰੇ 9 ਨੁਕਸ ਆ ਬਿੱਲ 'ਚ, ਉਹ 8 ਮੰਨ ਲੈ ਗਏ ਆ। ਮੈਂ ਕਿਹਾ ਸ਼ਾਇਦ ਹੁਣ ਮੰਨ ਜਾਣਗੇ। ਫਿਰ ਉਹ ਪਤਾ ਲੱਗਾ ਨਹੀਂ ਜੀ ਕੈਂਸਲ 'ਤੇ ਗੱਲ ਪਹੁੰਚ ਗਈ ਆ। ਫਿਰ ਹੁਣ 30 ਤਰੀਕ ਨੂੰ ਦੇਖੋ, ਮਹਾਰਾਜ ਕਿਰਪਾ ਕਰੇ ਹੋ ਜਾਏ। ਪਰ ਮੈਂ ਇਹ ਦੱਸਣਾ ਜ਼ਰੂਰ ਚਾਹੁੰਦਾ ਕਿ ਮੈਂ Day 1 ਤੋਂ ਹੀ ਲੱਗਾ ਹੋਇਆ। ਇੱਕ ਬੋਲ ਮੇਰੇ ਮੂੰਹੋਂ ਕਦੀ ਕਿਸਾਨ ਜਾਂ ਕਿਸਾਨੀ ਦੇ, ਪੰਜਾਬ ਜਾਂ ਪੰਜਾਬੀਆਂ ਦੇ ਖਿਲਾਫ ਨਿਕਲੇ ਤਾਂ ਮੇਰਾ ਸਿਰ ਕਲਮ ਕਰ ਦਿਓ। ਲੇਕਿਨ ਜੇ ਮੇਰਾ ਕੋਈ ਕਸੂਰ ਨਹੀਂ ਤੇ ਗਾਲਾਂ ਗੂਲਾਂ ਮੈਂ ਡਿਜ਼ਰਵ ਨਹੀਂ ਕਰਦਾ। ਹਰ ਚੈਨਲ 'ਤੇ ਮੈਂ ਅੱਜ ਪਤਾ ਨਹੀਂ ਕਿਉਂ ਕਹਿ ਰਿਹਾ ਕਿ ਜੇ ਮੇਰੇ ਪਿਓ ਨੂੰ ਗਾਲ ਕੱਢੋਗੇ ਤਾਂ ਤੁਸੀਂ ਫਿਰ ਆਪਣੇ ਪਿਓ ਦੇ ਨਹੀਂ, ਜੇ ਮੇਰੀ ਬੇਟੀ ਨੂੰ ਗਾਲ ਕੱਢੋਗੇ ਪਹਿਲਾਂ ਤੁਹਾਡੀ ਧੀ ਨੂੰ ਜਾਏਗੀ, ਭੈਣ ਨੂੰ ਕੱਢੋਗੇ ਭੈਣ ਨੂੰ ਜਾਏਗੀ, ਮਾਂ ਦੀ ਗਾਲ ਕੱਢੋਗੇ ਮਾਂ ਨੂੰ ਜਾਏਗੀ। ਅਗਰ ਜਾਤ ਜੂਤ ਦੀ ਮੇਰੀ ਦੀ ਗੱਲ ਨੌਲੋਗੇ ਨਾ ਜਾਤ, ਤੇ ਮੈਂ ਜਾਣਦਾ ਸਾਰਿਆਂ ਨੇ, ਜਿਹੜਾ ਗੁਰੂ ਵਾਲਾ ਉਹ ਜਾਤ ਦੀ ਗੱਲ ਨਹੀਂ ਕਰਦਾ, ਜਿਹੜਾ ਬੇਗੁਰਾਈ ਜਾਤ ਦੀ ਗੱਲ ਕਰਦਾ ਹੁੰਦਾ। ਗੁਰੂ ਨਾਨਕ ਸਾਹਿਬ ਨੇ ਖੰਡਨ ਕਰਤਾ, ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਜਾਤਾਂ ਪਾਤਾਂ ਦਾ ਫੜਸੇ ਲਾਤੇ ਸੀ। ਤੇ ਜੇ ਜਾਤਾਂ ਜੂਤਾਂ ਕਿਸੇ ਵੀ ਚੀਜ਼ ਨੂੰ, ਕਿਸਾਨ ਨਹੀਂ ਮੇਰੇ ਖਿਲਾਫ, ਕਿਸਾਨਾਂ ਦੀ ਜੁੱਤੀਆਂ 'ਚ ਮੈਂ ਪਾਣੀ ਭਿਉਂ ਤੋਂ ਭਰ ਕੇ ਤੁਸੀਂ ਕਹੋਗੇ ਉਹ ਪੀ ਲਾਂਗਾ, ਜੋੜਿਆਂ 'ਚ ਕਹੋਗੇ ਉਹ ਸਾਫ਼ ਵੀ ਕਰ ਦੂੰਗਾ, ਜੋੜਿਆਂ 'ਚ ਬਹਿ ਵੀ ਜਾਊਂਗਾ। ਉਹ ਕਿਸਾਨ ਥੋੜ੍ਹੀ ਗਾਲਾਂ ਕੱਢ ਰਿਹਾ, ਉਹਨਾਂ ਨਾਲ ਮੇਰੀ ਕੀ ਦੁਸ਼ਮਣੀ, ਉਹ ਮੈਨੂੰ ਲਾਈਕ ਕਰਦੇ ਆ। ਲੇਕਿਨ ਆ ਜਿਹੜੇ ਹੁੰਦੇ ਨੇ ਸੋ ਕਾਲਡ ਲੀਡਰ ਲੂਡਰ ਜਿਹੇ, ਇਹਨਾਂ ਨੂੰ ਲੱਗਦਾ ਕਿ ਕ੍ਰੈਡਿਟ ਨਾ ਲੈ ਜਾਏ, ਇਹ ਉਹ ਨਾ ਲੈ ਜਾਏ। ਜਾਂ ਕਈ ਲੋਕਾਂ ਨੂੰ ਇਹ ਹੁੰਦਾ ਕਿ ਗਰੀਬ ਦਾ ਬੱਚਾ ਕੱਚੇ ਘਰ ਜੰਮਿਆ, ਇਹ ਦਿੱਲੀ 'ਚ MP ਬਣ ਕੇ ਬੈਠਾ ਔਰ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਫਰਕ ਨਾਲ ਜਿੱਤ ਗਿਆ। ਇਹ ਕਾਲਜੇ ਤੇ ਉਹਨਾਂ ਦੇ ਨਾ ਕੋਈ ਸ਼ੇਸ਼ ਨਾਗ ਲੜਦਾ ਰਹਿੰਦਾ, ਤਾਂ ਉਹ ਫਿਰ ਇੱਦਾਂ ਦਾ ਜਦੋਂ ਫਸ ਜਾਏ ਤਾਂ ਆਪਣਾ ਕੋਈ ਬਦਲਾਖੋਰੀ ਜੀ ਨਹੀਂ ਹੁੰਦੀ, ਜਿੱਦਾਂ ਉਹ ਇਕੱਲਾ ਹੰਸਰਾਜ ਹੀ MP, ਉੱਥੇ ਬਥੇਰੇ ਤੁਰੇ ਫਿਰਦੇ, ਉਹਨਾਂ ਨੂੰ ਘੇਰੋ। ਪਹਿਲੀ ਗੱਲ ਤਾਂ ਉਹਨਾਂ ਨੂੰ ਘੇਰੋ ਜਿਹੜੇ ਕਿ ਤੁਸੀਂ ਪੰਜਾਬ ਦੇ ਪੁੱਤਰ ਹੋ, ਪੰਜਾਬ ਦੇ ਵਿੱਚ ਇਹਨਾਂ ਤੁਸੀਂ ਗਾ ਕੇ ਨਾਮਣਾ ਖੱਟਿਆ। ਲੋਕ ਕਹਿੰਦੇ ਕਿ ਪੰਜਾਬ ਦੇ ਨਾਲ BJP ਇਹਨਾਂ ਧੱਕਾ ਕਰ ਰਹੀ ਆ, ਤਾਂ ਤੁਸੀਂ ਹੱਕ ਦੇ ਵਿੱਚ ਗੱਲ ਕਿਉਂ ਨਹੀਂ ਕਰਦੇ, ਅਸਤੀਫਾ ਨਹੀਂ ਦਿੰਦੇ? ਮੈਂ ਪੰਜਾਬ ਦਾ ਇਕਲੌਤਾ ਪੁੱਤਰ ਹਾਂ, ਮੈਂ ਜਿੰਨਾ ਪੁੱਤਰ ਹਾਂ ਪੁੱਤਰ ਦਾ ਹੱਕ ਅਦਾ ਕਰ। ਸਨੀ ਦਿਓਲ ਤੇ ਵੀ ਜਿਤਾਇਆ ਨਹੀਂ, ਕਿੰਨਾ ਉਹਨਾਂ ਨਹੀਂ ਜਿਤਾਉਂਦੇ ਜਿੰਨਾ ਮੇਰੇ ਤੇ ਜਿਤਾਉਂਦੇ ਆ, ਕਿਸੇ ਤੇ ਨਹੀਂ ਜਿਤਾਉਂਦੇ। ਉੱਤੇ ਜਿਤਾਇਆ ਜਾਂਦਾ, ਇਤਰਾਜ਼ ਵੀ ਉੱਤੇ ਜਿਤਾਇਆ ਜਾਂਦਾ ਜਿਹੜਾ ਆਪਣਾ ਹੋਵੇ, ਕਿਸੇ ਤੇ ਨਹੀਂ ਜਿਤਾਉਂਦੇ। ਜੇ ਮੈਂ ਆਪਣਾ ਸਮਝਣ ਤਾਂ ਫਿਰ ਮੈਨੂੰ ਲੈ ਜਾਂਦੇ ਆ ਕੇ, ਮਾਫੀ ਮੰਗ ਲੈਣ ਵੀ ਯਾਰ ਐਵੇਂ ਵਿਚਾਰੇ ਨੂੰ ਗਾਲਾਂ ਗੂਲਾਂ ਕੱਢੀ ਗਏ, ਮੈਂ ਕਿਹੜਾ ਭੱਜਾਂ ਆ, ਉੱਥੇ ਲਿਜਾ ਕੇ ਬਿਠਾ ਲੈਣ। ਜਿੰਨੀ ਦੇਰ ਉਹ ਠੰਡ 'ਚ ਬੈਠਦੇ ਉਸ ਤੋਂ ਮੈਂ ਵੀ ਬੈਠਾਂਗਾ, ਕੋਈ ਗੱਲ ਨਹੀਂ, ਨੋ ਪ੍ਰੋਬਲਮ। ਕਿਸਾਨ ਚੋਣ ਤੁਸੀਂ ਉੱਥੇ ਜਾ ਕੇ ਬਹਿਣ ਨੂੰ ਤਿਆਰ ਆ, ਤਾਂ ਇੱਧਰ BJP ਨਹੀਂ ਕਹੂ ਕਿ ਤੂੰ ਵੀ ਜਾ ਕੇ ਯਾਰ ਬਹਿ ਗਿਆ ਅੰਦੋਲਨ ਦੇ ਵਿੱਚ? ਨਹੀਂ BJP ਇਹ ਕਿਉਂ ਕਹੇਗੀ? ਮੈਂ ਕਹੂੰਗਾ ਜੀ ਮੇਰੇ ਆਪਣੇ ਲੋਕ ਆ, ਮੈਂ ਉਹਨਾਂ ਦੇ ਨਾਲ ਜੋ ਜਿਸ ਮੌਸਮ ਨਾਲ ਲੜ ਰਿਹਾ ਉਹ ਮੈਂ ਵੀ ਉਸ ਮੌਸਮ ਦੇ ਵਿੱਚ ਬੈਠਾਂਗਾ। ਜੇ ਉਹਨਾਂ ਨੂੰ ਠੰਡ ਲੱਗਦੀ ਤਾਂ ਮੈਂ ਕਿ ਇੱਥੇ ਲੇਫ ਤਲਾਈਆਂ 'ਚ ਸਮਾਂ। ਤੁਸੀਂ ਪਰਸਨਲ ਤੌਰ 'ਤੇ ਸਿੱਧਾ ਹੀ ਕਹਿ ਦਿਓ ਖੇਤੀਬਾੜੀ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ, ਕਿ ਯਾਰ ਤੁਸੀਂ ਕਿਉਂ ਗਲਤ ਕਰ ਰਹੇ ਹੋ? ਤੁਸੀਂ ਗੱਲ ਪੜ੍ਹੇ ਲਿਖੇ ਬੰਦੇ ਸਾਰੇ ਹੋਣਗੇ, ਤੁਸੀਂ ਵੀ ਹੋਵੋਗੇ। ਉਹ ਮੈਂ ਕਹਿੰਦਾ ਆ ਲੋਕਾਂ ਨੂੰ ਸੁਣਦਾ ਨਹੀਂਗਾ। ਨਹੀਂ ਹਾਂ, ਪ੍ਰਧਾਨ ਮੰਤਰੀ ਨੂੰ ਮੈਂ ਕਹਿ ਰਿਹਾ, ਪ੍ਰਧਾਨ ਮੰਤਰੀ ਨੂੰ ਤੇ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ। ਆਪਣੀ ਔਕਾਤ ਤੋਂ ਮੈਂ ਬਹੁਤ ਜ਼ਿਆਦਾ ਬੋਲਦਾ, ਹਾਲਾਂਕਿ ਮੈਂ ਫਿਰ ਰਿਪੀਟ ਕਰਦਿਆਂ ਕਿ ਨਾ ਮੇਰੇ ਕੋਲ ਇਹੋ ਕੋਈ ਪ੍ਰੋਟੋਕੋਲ ਵੀ ਹੁੰਦਾ ਨਾ ਕਿਸੇ ਚੀਜ਼ ਦਾ। ਮੈਂ ਇੱਕ MP ਇੱਕਦਮ ਕਿੱਦਾਂ ਮਿਲ ਲੈਂਦਾ, ਕਿਸ ਹਿਸਾਬ ਨਾਲ ਮਿਲ ਲੇਗਾ, ਕਿੱਦਾਂ ਦੇ ਦੇਗਾ ਸੁਝਾਅ? ਜਾਂ ਤਾਂ ਮੈਂ ਕਿਸੇ ਕਮੇਟੀ 'ਚ ਹੋਵਾਂ, ਜਾਂ ਮੇਰੇ ਕੋਲ ਕੋਈ ਉਹੋ ਜਿਹਾ ਮੰਤਰਾਲਿਆ ਹੋਵੇ ਜਿੱਥੇ ਮਸ਼ਵਰਾ ਮੇਰਾ ਮੰਗਿਆ ਜਾਵੇ। ਉਹ ਇੱਥੇ ਤਾਂ ਭਰਾਵਾ ਗੱਲ ਇਹ ਆ ਕਿ ਮੈਂ ਕਿਉਂ ਬੋਲ ਰਿਹਾ ਇਹ ਨਹੀਂ ਲੋਕਾਂ ਨੂੰ ਸਮਝ ਆਉਂਦੀ। ਨਹੀਂ ਤਾਂ ਮੈਂ ਗੁੰਗਾ ਹੋ ਕੇ ਬੈਠਾ ਰਹਿੰਦਾ, ਗਾਲਾਂ ਗੂਲਾਂ ਖਾਈ ਜਾਂਦਾ। ਮੈਂ ਤਾਂ ਵੀ ਦਿੱਲੀੋਂ MP ਬਣਿਆ, ਮੇਰਾ ਕੀ ਕਸੂਰ ਹੈ? ਮੈਂ ਤਾਂ ਇੱਥੇ ਲੋਕਾਂ ਦੀ ਕਰੂੰ, ਮੈਂ ਤਾਂ Day 1 ਤੋਂ ਹੀ ਲੱਗਾ ਹੋਇਆ।
ਸ਼ਾਇਦ ਇਸੇ ਕਰਕੇ ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਜਿਹੜੇ ਕੁਛ ਇੱਕ ਲੋਕ ਆ। ਬਾਕੀ ਜਿਹੜੇ ਸਮਝਦਾਰ ਲੋਕ ਆ ਉਹ 'ਚ ਕਰੋੜਾਂ ਲੋਕ ਆ, ਉਹ ਵੀ ਮੈਨੂੰ ਫੋਨ ਵੀ ਕਰਦੇ ਆ, ਕੈਨੇਡਾ, ਅਮਰੀਕਾ, ਇੰਗਲੈਂਡ, ਜਿੱਥੇ ਵੀ ਦੁਨੀਆ 'ਚ ਬੈਠੇ, ਇੱਥੇ ਪੰਜਾਬ 'ਚ ਵੀ। ਉਹ ਕਹਿੰਦੇ ਤੂੰ ਸੱਚ ਬੋਲ ਰਿਹਾ, ਲੇਕਿਨ ਜ਼ਮਾਨਾ ਨਹੀਂ ਸੱਚ ਦਾ, ਥੋੜ੍ਹਾ ਸਿਆਸੀ ਜਿਹਾ ਹੋ ਜਾ, ਤੂੰ ਵੀ ਮੀਸਣਾ ਜਿਹਾ ਹੋ ਜਾ, ਗੁੰਗਾ ਜਿਹਾ ਹੋ ਜਾ। ਕੀਤੀ JP ਨੱਡਾ ਦੇ ਨਾਲ ਜਾਂ ਖੇਤੀਬਾੜੀ ਮੰਤਰੀ ਦੇ ਨਾਲ, ਤਾਂ ਉਹਨਾਂ ਦਾ ਕੀ ਰਿਪਲਾਈ ਸੀ? ਮੈਨੂੰ ਨੱਡਾ ਸਾਹਿਬ ਦੀ ਮੈਂ ਗੱਲ ਕਰੂੰਗਾ, ਖੇਤੀਬਾੜੀ ਮੰਤਰੀ ਸਾਹਿਬ ਨਾਲ ਨਹੀਂ ਜਲੰਧਰੋਂ ਗੱਲ ਹੋਈ। ਮੈਂ ਉਹ ਗੱਲ ਕਰਨੀ ਆ ਨਹੀਂ ਇਸ ਮਾਮਲੇ ਦੇ ਵਿੱਚ ਕਿਸਾਨਾਂ ਦੇ ਬਾਬਤ ਕਿ ਅੰਦੋਲਨ ਨੂੰ ਖਤਮ ਕਰੋ ਜਲਦੀ, ਕਿਸ ਤਰੀਕੇ ਦੇ ਨਾਲ ਜਿਵੇਂ ਨਹੀਂ, ਨੱਡਾ ਸਾਹਿਬ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਲੈ ਆ ਇੱਥੇ ਕਰ, ਜੇ ਕੋਈ ਮੰਨਦਾ। ਉਦੋਂ ਤਾਂ ਨਹੀਂ ਆਏ, ਹੁਣ ਮੈਂ ਗੱਲ ਵੱਸੋਂ ਹੀ ਬਾਹਰ ਹੋ ਗਈ ਆ। ਹੁਣ ਕੀ ਗੱਲ ਕਰੀਏ? ਹੁਣ ਇਹੋ ਹੀ ਕਹਿ ਸਕਦੇ ਸਰ ਵਾਈਂਡ ਅਪ ਕਰੋ ਜਲਦੀ ਪਲੀਜ਼, ਹੋਰ ਕੀ ਕਰ ਸਕਦੇ? ਦੱਸੋ ਮੇਰੇ 'ਚ ਕਿਹੜਾ ਅਧਿਕਾਰ ਹੈ? ਸੋਚਦੇ ਨਹੀਂ ਲੋਕ ਵੀ ਇੱਕ ਸਿੰਪਲ MP ਆ, ਮੈਂਬਰ ਆ ਪਾਰਲੀਮੈਂਟ ਦਾ ਮੈਂ। ਜੇ ਸਿਆਸੀ ਤੌਰ ਤੇ ਵੀ ਗੱਲ ਕਰੀਏ ਤਾਂ BJP ਪਿਛਲੇ ਦਿਨਾਂ ਤੋਂ ਇਹੀ ਗੱਲ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ 2022 ਦੀਆਂ, ਤੁਸੀਂ ਪਹਿਲਾਂ ਗੱਲ ਕੀਤੀ ਕਿ ਸਿਆਸੀ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜਾ ਕੁਤਾੜਿਆ 2022 ਦਾ ਹੈ, ਤਾਂ BJP ਵੀ ਇਹੀ ਗੱਲ ਕਹਿ ਰਹੀ ਹੈ ਕਿ 2022 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ। ਪਰ ਜਿਸ ਤਰੀਕੇ ਦੇ ਹਾਲਾਤ, ਅੱਜ ਮੀਟਿੰਗ ਹੀ ਨਹੀਂ ਕਰਨ ਦਿੱਤੀ ਜਾ ਰਹੀ BJP ਦੇ ਲੀਡਰਾਂ ਨੂੰ ਉੱਥੇ, ਤੇ ਸਰਕਾਰ ਬਣੇਗੀ ਕਿਵੇਂ? ਇਹ ਤਾਂ ਸਾਹਿਬ ਹੱਥ ਵਡਿਆਈਆਂ, ਇਹ ਮਾਲਕ ਜੋ ਚਾਹੁੰਦਾ ਉਹੀ ਹੁੰਦਾ। ਇਹ ਕੱਲ੍ਹ ਨੂੰ ਕਿਹਦੀ ਸਰਕਾਰ ਬਣਦੀ ਨਹੀਂ ਬਣਦੀ, ਫਿਲਹਾਲ ਸਾਨੂੰ ਮਾਰਿਆ ਹੀ ਜਾਂ ਪਾਸਟ ਦੀ ਵਜ੍ਹਾ ਨਾਲ ਅਸੀਂ ਪਰੇਸ਼ਾਨ ਹਾਂ, ਜਾਂ ਫਿਊਚਰ ਦੀ ਵਜ੍ਹਾ ਨਾਲ ਸਾਰਾ ਕੁਝ ਹੋ ਰਿਹਾ। ਪਹਿਲਾਂ ਪ੍ਰੈਜੈਂਟ ਨੂੰ ਸੁਧਾਰ ਲਓ ਲੋਕੋ, ਵਰਤਮਾਨ ਸੰਭਾਲ ਲਓ, ਬੇਕਸੂਰ ਲੋਕਾਂ ਦੀ ਜਾਨ ਨਾ ਲਵੋ। ਕਰੋੜਾਂ ਕਿੱਲੇ ਵੀ ਦੇ ਕੇ ਇੱਕ ਪੁੱਤ ਨਹੀਂ ਜੋ ਮਿਲਦਾ, ਰੱਬ ਦਾ ਵਾਸਤਾ। ਜਿਹੜੇ ਮਰ ਗਏ ਉਹਨਾਂ ਨੇ ਵਾਪਸ ਨਹੀਂ ਆਉਣਾ। ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ। ਮੈਂ ਇਹ ਮਹਿਸੂਸ ਕਰਦਾ ਕਿ ਸਿਆਸਤਾਂ ਤੋਂ ਉੱਪਰ ਉੱਠ ਕੇ ਜਿੰਨੀ ਜਲਦੀ ਹੋਵੇ ਸ਼ਾਂਤੀ ਨਾਲ ਲੋਕੀ ਘਰੋਂ ਘਰੀ ਬੈਠਣ। ਇੱਥੇ ਮੇਰੇ ਗਰੀਬ ਨੂੰ ਜੋ ਵੀ ਮਿਲਿਆ ਉਹ ਪੰਜਾਬੀਆਂ ਦਾ, ਜਦੋਂ ਮਰਜ਼ੀ ਆਉਣ, ਜਦੋਂ ਮਰਜ਼ੀ ਜੀ ਆਇਆਂ ਨੂੰ। ਕਦੀ ਸੋਚਿਓ ਜ਼ਰੂਰ ਕਿ ਮੇਰੀ ਕੀ ਮਜਬੂਰੀ ਸੀ ਇੰਨੀਆਂ ਗਾਲਾਂ ਖਾਣ ਦੀ, ਮੈਨੂੰ ਕੀ ਲੋੜ ਸੀ। ਬਹੁਤ ਸਾਰੇ ਲੋਕ ਚੁੱਪ ਵੀ ਤਾਂ ਬੈਠੇ ਆ ਨਾ, ਇਕੱਲਾ ਹੀ ਮੈਂ MP ਥੋੜ੍ਹੀ ਹਾਂ, ਬਥੇਰੇ MP ਆ, ਵਜ਼ੀਰੀਆਂ ਮਿਲੀਆਂ ਹੋਈਆਂ ਕਈਆਂ ਨੂੰ। ਮੈਂ ਤਾਂ ਸਿੰਪਲ MP ਹਾਂ, ਮੈਂ ਫਿਰ ਵੀ ਬੋਲਦਾ, ਹਾਂ ਦਾ ਨਾਰਾ ਮਾਰਦਾ। ਜੇ ਫਿਰ ਵੀ ਤੁਸੀਂ ਮੈਨੂੰ ਗਾਲਾਂ ਕੱਢੀ ਜਾਣੀਆਂ ਤੇ ਮੈਂ ਕਰ ਕੀ ਸਕਦੇ? ਆਪਾਂ ਕੀ ਕਰ ਸਕਦੇ? ਪਰ ਸਰ ਜਿਸ ਤਰੀਕੇ ਦੇ ਨਾਲ ਆਪਾਂ ਕਿਸੇ ਨੂੰ ਮੰਨ ਲਓ ਵਰਤਾ ਦੇ ਲਈ ਕੋਈ ਚੀਜ਼ ਦਿੰਦੇ ਆ, ਤਾਂ ਉਹ ਅੱਗੋਂ ਕਹਿੰਦਾ ਕਿ ਨਹੀਂ ਲੈਣੀ, ਤਾਂ ਉਹ ਆਪਾਂ ਨਹੀਂ ਦੇ ਸਕਦੇ ਧੱਕੇ ਨਾਲ ਕਿਸੇ ਨੂੰ। ਹੁਣ ਕਿਸਾਨ ਜਿਹੜੇ ਕਹਿੰਦੇ ਆ ਕਿ ਅਸੀਂ ਇਹ ਕਾਨੂੰਨ ਸਾਡੇ ਲਈ ਨਹੀਂ ਬਣੇ, ਸਾਨੂੰ ਇਹ ਨਹੀਂ ਚਾਹੀਦੇ, ਸਰਕਾਰ ਕਿਉਂ ਨਹੀਂ ਵਾਪਸ ਲੈਂਦੀ? ਸਰਕਾਰ ਵਾਰ-ਵਾਰ ਇਹੀ ਗੱਲ ਕਹਿ ਰਹੀ ਹੈ ਕਿ ਸਾਡੀ ਮਜਬੂਰੀ ਨੂੰ ਸਮਝੋ, ਅਸੀਂ ਕਾਨੂੰਨ ਰੱਦ ਨਹੀਂ ਕਰ ਸਕਦੇ। ਆਖਿਰ ਸਰਕਾਰ ਦੀ ਮਜਬੂਰੀ ਕੀ ਹੈ? ਕਿਉਂਕਿ ਕਾਨੂੰਨ ਤਾਂ ਕਿਸਾਨਾਂ ਲਈ ਨੇ, ਸਰਕਾਰ ਦੀ ਮਜਬੂਰੀ ਕੀ ਹੈ? ਅੱਛਾ, 30 ਤਰੀਕ ਨੂੰ ਸ਼ਾਇਦ ਕੋਈ ਐਸੀ ਕੋਈ ਰੱਬ ਕਿਰਪਾ ਕਰ ਦੇਵੇ ਦਾਤਾ, ਤੇ ਮੈਂ ਕਿਸਾਨਾਂ ਨੂੰ ਵੀ ਕਹੂੰਗਾ ਕਿ ਨਿਮਰਤਾ ਦਾ ਪੱਲਾ ਨਾ ਛੱਡੋ। ਜਦੋਂ ਮਾਈਕ 'ਚ ਬੋਲੋ, ਕੋਈ ਵੀ ਬੰਦਾ ਆ, ਅੱਜ ਕੱਲ੍ਹ ਇਹ ਬੜਾ ਰਿਵਾਜ ਆ, ਚੈਨਲ ਬਹੁਤ ਹੋ ਗਿਆ ਨਾ ਜੀ, ਤੇ ਹਰ ਬੰਦਾ ਕੋਈ ਖੜਾ, ਕੋਈ ਇੰਟਰਵਿਊ ਦੇ ਰਿਹਾ ਹੁੰਦਾ, ਕੋਈ ਦੇ ਰਿਹਾ ਹੁੰਦਾ। ਮੈਂ ਇਹ ਮਸ਼ਵਰਾ ਆ ਮੇਰਾ ਕਿ ਜਦੋਂ ਬੋਲੋ ਇਹ ਲੱਗੇ ਕਿ ਪੰਜਾਬੀਆਂ ਦਾ ਕਰੈਕਟਰ ਕੀ ਹੈ, ਪੰਜਾਬੀ ਗੁਰੂ ਵਾਲੇ ਆ, ਬੇਗੁਰੇ ਨਹੀਂ। ਅਤੇ ਸ਼ਬਦਾਵਲੀ ਠੀਕ ਰੱਖੋ, ਆਪਣੇ ਹੱਕਾਂ ਲਈ ਲੜੋ। ਜਿੰਦਾ ਕੌਮਾਂ ਹੀ ਲੜਦੀਆਂ, ਗੈਰਤਮੰਦ ਕੌਮਾਂ ਹੀ ਆਪਣੇ ਹੱਕਾਂ ਲਈ ਲੜਦੀਆਂ, ਲੇਕਿਨ ਭਾਸ਼ਾ ਜਿਹੜੀ ਆ, ਸ਼ਬਦਾਵਲੀ ਆ, ਵਕੈਬਲਰੀ ਆ, ਉਹ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਕਿ ਬੇਗੁਰਾ ਲੱਗੇ, ਬੇਪੀਰਾ ਲੱਗੇ, ਬੇਮੁਰਸ਼ਦਾ ਲੱਗੇ। ਬੇਗੁਰਾ ਜਦੋਂ ਬੋਲੇਗਾ ਉਹ ਭੈੜਾ ਹੀ ਬੋਲੇਗਾ, ਗੁਰੂ ਵਾਲਾ ਜਦੋਂ ਬੋਲੇਗਾ ਕਾਲਜੇ 'ਚ ਠੰਡ ਪਾ ਦਊਗਾ। ਅਤੇ ਗੁਰੂ ਵਾਲੇ ਬਣੋ ਨਾ, ਗੁਰੂ ਆਪੇ ਕਿਰਪਾ ਕਰੇਗਾ। ਸਤਿਗੁਰ ਬਾਜਾਂ ਵਾਲਾ ਬਾਪੂ ਕਿਰਪਾ ਕਰੇ, ਬਖਸ਼ਿਸ਼ ਕਰੇ, ਸਾਰੇ ਪੋਲੀਟੀਸ਼ੀਅਨਸ ਦੇ ਹਿਰਦੇ 'ਚ ਵਸੇ, ਅਤੇ ਇਹ ਜਲਦੀ ਹੱਲ ਹੋ ਜਾਣ। ਦਾਤਾ ਰਹਿਮ ਕਰੂਗਾ, ਜ਼ਰੂਰ ਕਰੇਗਾ। ਸਵਾਲ ਇਹ ਸੀ ਕਿ ਮਜਬੂਰੀ ਕੀ ਹੈ? ਕਹਿੰਦੇ ਮਜਬੂਰੀ ਹੈ ਸਾਡੀ, ਰੱਦ ਨਹੀਂ ਕਰਦਾ। ਇਹ ਉਹਨਾਂ ਨੂੰ ਪੁੱਛੋ ਹੁਣ ਜਾ ਕੇ, ਮੈਂ ਗਰੀਬ ਕੀ ਦੱਸ ਸਕਦਾ? ਜਿੰਨੀ ਕੁ ਔਕਾਤ ਹੈ ਉਸ ਤੋਂ ਜ਼ਿਆਦਾ ਕਿੰਨਾ ਹੀ ਤਾਂ ਮੈਂ ਬੋਲਦਾ ਰਹਿੰਦਾ ਹਾਂ। ਹਾਲਾਂਕਿ MP ਨੂੰ ਹੱਕ ਨਹੀਂ ਇੰਨਾ ਬੋਲਣ ਦਾ, ਮੈਂ ਤਾਂ ਬੋਲਾਂਗਾ ਅਤੇ ਬੋਲਦਾ ਰਹਿੰਦਾ ਮੈਂ, ਜਿੰਨੀ ਆਪਣੇ ਮੇਰਾ ਫਰਜ਼ ਬਣਦਾ। ਮੈਂ ਅਕਿਰਤ ਘਣ ਨਹੀਂ ਹੋ ਸਕਦਾ, ਅਹਿਸਾਨ ਫਰਾਮੋਸ਼ ਨਹੀਂ ਹੋ ਸਕਦਾ, ਕੁਛ ਵੀ ਮੈਨੂੰ ਉਹਦਾ ਸਮਝੀ ਜਾਣ। ਲੋਕ ਜਿਹੜੇ ਸਮਝਣ ਵਿੱਚ ਗਲਤੀ ਕਰ ਰਹੇ ਆ, ਉਹਨਾਂ ਨੂੰ ਮੈਂ ਇੱਕ ਵਾਰੀ ਕਹੂੰਗਾ ਕਿ ਮੇਰੇ ਸਮੁੱਚੇ ਜੀਵਨ 'ਤੇ ਜੇ ਮੈਂ ਕੋਈ ਫਾਇਦਾ ਪੰਜਾਬ ਦਾ ਨਹੀਂ ਕੀਤਾ ਤਾਂ ਨੁਕਸਾਨ ਵੀ ਮੈਂ ਕੀ ਕੀਤਾ। ਜਿਹੜਾ ਨੇ ਨੁਕਸਾਨ ਕੀਤਾ ਉਹਨਾਂ ਦਾ ਤੁਸੀਂ ਕੀ ਵਿਗਾੜ ਲਿਆ? ਆ ਬੈਠੇ ਆ ਨਾ ਉੱਥੇ, ਬੜਾ ਸੋਹਣਾ, ਜਿਨ੍ਹਾਂ ਨੇ ਅਡਾਨੀ ਨੂੰ ਲਗਾਇਆ ਸੀ, ਬੜਾ ਸੋਹਣਾ ਬਾਦਸ਼ਾਹੀਆਂ ਭੋਗ ਰਹੇ ਆ, ਅਤੇ ਸਾਡੇ ਵਰਗੇ ਉੱਜੜ ਗਏ ਸਿਆਸਤ ਵਿੱਚ, ਅਤੇ ਉਹ ਹਜ਼ਾਰਾਂ ਏਕੜ ਬਣਾ ਲਏ। ਕਿਹੜਾ ਸਿਆਸਤਦਾਨ ਹੈ? ਇੱਕ ਮੈਂ ਮਾਮੂਲੀ ਜਿਹਾ ਬੰਦਾ ਦੇਖਿਆ, ਮੈਂ ਹੀ ਕਿਸੇ ਨੂੰ ਮਿਲਾਇਆ,
ਤੋਂ 2 ਸਾਲਾਂ ਬਾਅਦ 100 ਕਿੱਲੇ ਦੀਆਂ ਕਲੋਨੀਆਂ ਕੱਟਣ ਡਿਆ ਸੀ ਅਤੇ ਤੁਹਾਡੇ ਭਰਾ ਦਾ ਘਰ ਗਿਰਵੀ ਹੋਇਆ ਸੀ। ਅਤੇ ਪਤਾ ਨਹੀਂ ਸਾਨੂੰ ਕੁਛ ਕਰਨਾ ਨਹੀਂ ਆਉਂਦਾ, ਜਾਂ ਸਾਡੇ 'ਚ ਇਮਾਨਦਾਰੀ ਦਾ ਬਹੁਤ ਹੀ ਜ਼ਿਆਦਾ ਭੂਤ ਸਵਾਰ ਆ, ਜਾਂ ਸੱਚ ਬੋਲਣ ਦਾ। ਮੈਨੂੰ ਇਹ ਜ਼ਰੂਰ ਮੇਰੇ ਗੁਰੂ ਨੇ ਇਹ ਜ਼ਰੂਰ ਸਿਖਾਇਆ, ਮੇਰੇ ਸਤਿਗੁਰਾਂ ਦਾ ਇਹ ਫਰਮਾਨ ਹੈ ਕਿ ਗਲਤੀ ਨਾਲ ਵੀ ਕਿਸੇ ਦੇ ਖੇਤ 'ਚੋਂ ਤੁਹਾਡੇ ਖੇਤ 'ਚ ਦਾਣਾ ਆ ਜਾਵੇ, ਉਹਦਾ ਹਿਸਾਬ ਕਿਤਾਬ ਜ਼ਰੂਰ ਦੇਣਾ ਪੈਣਾ। ਕਰਮ ਚੱਕਰ ਆ। ਇਸ ਕਰਕੇ ਮੈਂ ਤਾਂ ਹਰਾਮ ਦੀ ਕਮਾਈ 'ਤੇ ਲਾਹਨਤ ਭੇਜਦਾ। ਇੱਥੇ 5 ਸਾਲ ਲਈ ਮੈਂ ਚੁਣਿਆ ਗਿਆ। ਇੱਥੋਂ ਤੁਸੀਂ ਮੇਰੇ ਪੜ੍ਹਦੇ ਨਾ ਜਾਓ, ਮਜ਼ਾ ਤਾਂ ਆ ਉੱਥੇ ਜਾਓ, ਮੇਰੇ ਹਲਕੇ 'ਚ ਇੰਟਰਵਿਊ ਕਰੋ ਲੋਕਾਂ ਨੂੰ। ਜੇ 5 ਪੈਸੇ ਵੀ ਕੋਈ ਦੇਵੇ, 1 ਰੁਪਈਏ ਦਾ ਵੀ ਕਿਸੇ ਦਾ ਮੈਂ ਦੇਣਦਾਰ ਹਾਂ, ਫਿਰ ਮੈਂ ਤੁਹਾਡਾ ਗੁਨਾਹਗਾਰ ਹਾਂ। ਸਿਆਸਤਦਾਨਾਂ ਨੇ ਤੁਸੀਂ ਦੇਖਿਆ ਹੀ ਹੈ ਕੀ ਲੁੱਟ ਮਚਾਈ ਆਪਣੇ ਪੰਜਾਬੀਆਂ ਦਾ। ਪਹਿਲਾਂ ਲਾ ਲਓ, ਬਾਕੀ ਬਾਅਦ ਚਲਾਵਾਂਗੇ, ਕਿੱਥੋਂ ਕਿੱਥੇ ਚਲੇ ਗਏ। ਅਤੇ ਮੇਰਾ ਜੇ ਇਹ ਕਰੈਕਟਰ ਪਰਖਣਾ, ਮੇਰੇ ਇਲਾਕੇ 'ਚ ਜਾਓ, ਉੱਥੇ ਇੰਟਰਵਿਊ ਕਰੋ ਲੋਕਾਂ ਨੂੰ ਅਤੇ ਉਹਨਾਂ ਨੂੰ ਕਹੋ ਜੀ, ਬਾਕੀ ਸਿਆਸਤ ਮੈਨੂੰ ਨਹੀਂ ਆਉਂਦੀ, ਮੈਂ ਡਿਕਲੇਅਰ ਕਰਦਾ, ਲੇਕਿਨ ਕਦੀ ਜ਼ਿੰਦਗੀ 'ਚ 1 ਪੈਸੇ ਦਾ ਵੀ ਰਵਾਦਾਰ ਮੈਂ ਹੋਵਾਂ, ਮੈਂ ਗੁਨਾਹਗਾਰ ਹਾਂ। ਸੱਤਾਧਾਰੀ ਧਿਰ ਤੋਂ ਤੁਸੀਂ MP ਹੋ, ਮੀਟਿੰਗਾਂ ਦੇ ਵਿੱਚ ਵੀ ਜਾਂਦੇ ਰਹਿੰਦੇ ਹੋ। ਜਿਹੜੇ ਤੁਹਾਡੇ ਭਾਈਵਾਲ ਸੀਗੇ ਪੰਜਾਬ ਦੇ ਵਿੱਚ ਅਕਾਲੀ, ਉਹਨਾਂ ਦੀ ਇੱਕ ਕੁਰਸੀ ਮੀਟਿੰਗ ਦੇ ਵਿੱਚ ਕੈਬਨਿਟ ਦੇ ਵਿੱਚ ਲੱਗਦੀ ਸੀ ਹਰਸਿਮਰਤ ਕੌਰ ਬਾਦਲ ਦੀ। ਉਹ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਕਾਨੂੰਨ ਕਦੋਂ ਆ ਗਏ। ਤੁਹਾਨੂੰ ਲੱਗਦਾ ਹੈ ਕਿ ਇੱਕ ਮੰਤਰੀ ਨੂੰ ਪਤਾ ਨਾ ਹੋਵੇ ਕਿ ਇਹ ਕਾਨੂੰਨ ਕਦੋਂ ਆ ਗਏ? ਹਾਂਜੀ, ਉਹ ਤਾਂ ਬਹੁਤ ਸਿਫਤਾਂ ਕਰਦੇ ਸੀ ਸਾਰੇ ਹੀ। ਉਹ ਵੀ ਆਪਣੇ ਜਿਹੜੇ ਸਾਰੇ ਸਿਆਸਤਦਾਨਾਂ ਨੇ ਸਿਫਤਾਂ ਪਹਿਲਾਂ ਕੀਤੀਆਂ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਕੰਮ ਦੂਸਰੇ ਬੰਨੇ ਹੋ ਗਿਆ, ਅਤੇ ਤੁਹਾਨੂੰ ਪਤਾ ਹੀ ਹੈ ਲੋਕ ਕਿੱਦਾਂ ਰੰਗ ਬਦਲਦੇ ਆ, ਸਮਝ ਤੋਂ ਬਾਹਰ ਆ। ਲੇਕਿਨ ਮੈਂ ਤਾਂ ਉੱਥੇ ਹੀ ਖੜ੍ਹਾ ਹਾਂ, ਉਦੋਂ ਵੀ ਉੱਥੇ। ਮੈਂ ਪਹਿਲੀ ਗੱਲ ਮੀਟਿੰਗਾਂ 'ਚ ਨਹੀਂ ਮੈਨੂੰ ਕੋਈ ਬੁਲਾਉਂਦਾ, ਇੰਨੀ ਜੋਗਾ ਨਹੀਂ ਅਜੇ ਹੋਇਆ ਮੈਂ ਮੀਟਿੰਗਾਂ 'ਚ ਜਾਵਾਂ। ਜਿਹੜੇ ਮੀਟਿੰਗਾਂ 'ਚ ਆਉਂਦੇ ਉਹਨਾਂ ਦਾ ਫੋਟੋ ਆਉਂਦਾ TV 'ਚ, ਮੈਨੂੰ ਕਦੀ ਬਾਹਰ ਵੀ ਖੜ੍ਹੇ ਦੇਖਿਆ, ਅੰਦਰ ਤੱਕ ਕੀ। ਮੈਨੂੰ ਨਹੀਂ ਕਿਸੇ ਮੀਟਿੰਗ 'ਚ, ਮੈਂ ਆਪਣੇ ਇਲਾਕੇ 'ਚ ਚੱਲ ਜਾਣਾ, ਜੋ ਮੇਰਾ ਫਰਜ਼ ਬਣਦਾ, ਜਾਂ ਇੱਥੇ ਘਰ ਆ ਕੇ ਰੁੱਖੀ ਮਿੱਸੀ ਹੱਸਾਂ ਜਾਣਾ। ਜਦੋਂ ਮੈਨੂੰ ਜਲੰਧਰ ਦੀ ਯਾਦ ਆਵੇ ਜਾਂ ਪੰਜਾਬ ਦੀ, ਜਿੱਦਾਂ ਦੇ ਮਰਜ਼ੀ ਹਾਲਾਤ ਹੋਣ, ਖੌਫ ਤੇ ਕੋਈ ਰੱਖਿਆ ਹੀ ਨਹੀਂ ਨਾ ਜ਼ਿੰਦਗੀ 'ਚ। ਬੰਦੇ ਮਰੋੜ ਲੱਗ ਕੇ ਵੀ ਮਾਰੀ ਜਾਂਦੇ ਆ। ਮੈਂ ਦੇਖਿਆ ਮਰ ਜਾਂਦੇ, ਭਰਾਵਾਂ ਹੱਥੋਂ ਮਰ ਜਾਂਗੇ, ਕਿਹੜੀ ਗੱਲ ਹੈ। ਇੱਕ ਤੁਹਾਨੂੰ ਗਾਣਾ ਸੁਣਾਵਾਂ, ਗਾ ਕੇ ਨਹੀਂ ਉੱਦਾਂ ਬੋਲ ਕੇ। ਇੱਕ ਡੋਗਰ ਸੀਗਾ, ਉਹਦਾ ਲੋਕ ਦਾਸਤਾਨ ਹੋਈ ਆ। ਉਹਦੇ ਵਿੱਚ ਕਹਿੰਦਾ, ਜੱਟ ਅੰਦਰਲੀ ਬੈਠ ਕੇ ਬਣ ਗਏ ਸਕੇ ਭਰਾ, ਉਹਨਾਂ ਕੱਢੀਆਂ ਨਸ਼ੇ ਦੀਆਂ ਬੋਤਲਾਂ, ਸੱਜੇ ਪੱਟ 'ਤੇ ਲਈਆਂ ਟਗਾ, ਦਾਰੂ ਵਿੱਚ ਗਲਾਸ ਦੇ ਦਮਕਿਆ, ਛੋਟੀ ਡੋਗਰੀ ਦੇ ਨਜ਼ਰ ਪਿਆ, ਕਹਿੰਦੀ ਦਾਰੂ ਨਾ ਪੀਵੀਂ ਦੇਵਰਾ, ਜਿਹੜੇ ਦੇਣਗੇ ਵੀਰ ਭਰਾ, ਤੂੰ ਪੀਂਦੇ ਨੇ ਮਰ ਜਾਵਣਾ। ਫਿਰ ਕਹੀਂ ਨਾ ਮੇਰਾ ਦੋਸ਼ ਨਾ ਕਾ। ਉਹ ਅੱਗਿਓਂ ਪਤਾ ਕੀ ਜਵਾਬ ਦਿੰਦਾ, ਕਹਿੰਦਾ ਜੇ ਭਾਈਆਂ ਹੱਥੋਂ ਮੈਂ ਮਰਾਂ, ਖੁੱਲ੍ਹ ਜਾਣ ਬਿਸ਼ਤਾਂ ਦੇ ਰਾਹ। ਅਤੇ ਮੇਰੇ ਆਪਣਾ ਮਾਰੇਗਾ ਧੁੱਪੇ ਤਾਂ ਨਹੀਂ ਸਿੱਟੇਗਾ। ਕੋਈ ਗੱਲ ਨਹੀਂ ਯਾਰ, ਮੈਂ ਤਾਂ ਪਰਸੋਂ ਵੀ ਸੱਚ ਰਾਤੀ ਆਇਆ, ਮੈਂ ਅੰਬਾਲੇ ਗਿਆ ਸੀ, ਇਲੈਕਸ਼ਨ 'ਚ ਗਿਆ ਸੀ। ਮੈਂ ਇਲੈਕਸ਼ਨ ਦੇ ਬਾਰੇ ਜੋ ਰੈਲੀਵੈਂਟ ਗੱਲ ਕੀਤੀ ਸੀ। ਬਾਕੀ ਫਤਿਹਗੜ੍ਹ ਸਾਹਿਬ ਨਾਲ ਆ, ਸਰਹੰਦ ਨਾਲ ਆ, ਪਤਾ ਨਹੀਂ ਮੈਨੂੰ ਕਿਉਂ ਯਾਦ ਆਈ, ਆਉਂਦੀ ਰਹਿੰਦੀ ਆ। ਮੇਰਾ ਹੀਰੋ ਤੇ ਮੇਰੇ ਦਿਲ ਦੀ ਤਖਤੀ 'ਤੇ ਪ੍ਰਾਹੁਣਾ ਬਣ ਕੇ ਤੇ ਮੇਰਾ ਬਾਜਾਂ ਵਾਲਾ ਬਾਪੂ ਹੀ ਬੈਠਾ ਹੈ। ਪਤਾ ਤੁਹਾਨੂੰ ਮੈਂ ਹੀ ਗਾਉਣਾ, ਬਾਜਾਂ ਵਾਲਾ ਵਾਜਾਂ ਮਾਰਦਾ ਸਿੰਘਾਂ ਨੂੰ ਦੀਵਾਨ ਵਿੱਚ ਖੜ੍ਹ ਕੇ। ਉੱਥੇ ਮੈਂ ਹਾਂ ਦਾ ਨਾਰਾ ਲੋਕਾਂ ਨੂੰ ਮਾਰਨ ਲਈ ਜ਼ਰੂਰ ਕਿਹਾ। ਹੋਰ ਮੈਂ ਬਾਕੀ ਇਲੈਕਸ਼ਨ ਦੀਆਂ ਗੱਲਾਂ ਕੀਤੀਆਂ। ਹੋਰ ਕਦੀ ਵੀ ਮੈਂ ਕਿਸਾਨੀ ਦੇ ਖਿਲਾਫ ਨਹੀਂ ਬੋਲਿਆ। ਤੁਹਾਡਾ ਵੀ ਵਿਰੋਧ ਹੋ ਰਿਹਾ, ਸਨੀ ਦਿਓਲ ਦਾ ਵੀ ਵਿਰੋਧ ਹੋ ਰਿਹਾ, ਹਰਜੀਤ ਗਰੇਵਾਲ ਦਾ ਵੀ ਵਿਰੋਧ ਹੋ ਰਿਹਾ। ਕੀ ਲੱਗਦਾ ਕਿ ਤੁਸੀਂ ਪਿੰਡਾਂ ਦੇ ਵਿੱਚ, ਲੋਕਾਂ ਦੇ ਵਿੱਚ ਖੁੱਲ੍ਹੇਆਮ ਵੜਨ ਜੋਗੇ ਹੋ ਜਾਓਗੇ ਕਦੋਂ ਤੱਕ? ਮੈਂ ਤਾਂ ਜਾਂਦਾ ਰਹਿੰਦਾ, ਉੱਥੇ ਫਿਰਦਾ ਰਹਿੰਦਾ, ਨਾ ਮੈਂ ਰੁਕਣਾ ਨਾ ਮੈਂ ਰੁਕਿਆ। ਅਤੇ ਤੁਹਾਨੂੰ ਮੈਂ ਦੱਸਿਆ ਕਿ ਮੈਂ ਬੇਖੌਫ ਆਦਮੀ ਹਾਂ। ਮੈਂ ਤਾਂ ਉਦੋਂ ਨਹੀਂ ਰੁਕਿਆ ਜਦੋਂ ਕਹਿੰਦੇ ਹੁੰਦੇ ਸ਼ਾਮ ਨੂੰ ਘਰ। ਇਹ ਤਾਂ ਸਾਰੇ ਭੱਜ ਗਏ ਸੀ, ਵੱਡੇ ਗੈਰਤਮੰਦ ਬਣੇ ਫਿਰਦੇ ਆ। ਉਦੋਂ ਤਾਂ ਪਤਾ ਹੀ ਨਹੀਂ ਸੀ ਸ਼ਾਮ ਨੂੰ ਘਰ ਆਉਣਾ ਕਿ ਨਹੀਂ ਆਉਣਾ। ਇੱਕ ਹੰਸਰਾਜ ਹੰਸੀ ਸੀਗਾ, ਜਿੰਨੀ ਦੇਰ ਹਾਲਾਤ ਜਿੱਦਾਂ ਦੇ ਵੀ ਰਹੇ, ਪੰਜਾਬ 'ਚ ਰਿਹਾ ਔਰ ਜ਼ਿੰਦਾ ਤੁਹਾਡੇ ਸਾਹਮਣੇ। ਇਹਦਾ ਮਤਲਬ ਜਿੰਨੀ ਦੇਰ ਮੌਤ ਨਾ ਆਵੇ, ਮੌਤ ਖੁਦ ਹਿਫਾਜ਼ਤ ਕਰਦੀ ਹੈ। ਅਤੇ ਮੈਨੂੰ ਕਹਿੰਦੇ, ਮੈਂ ਤਾਂ ਨਹੀਂ ਡਰਦਾ, ਮੈਂ ਤਾਂ ਆਪਣਾ ਜਦੋਂ ਦਿਲ ਕਰਦਾ ਚੱਲ ਜਾਂਦਾ, ਕਿਉਂਕਿ ਮੈਂ ਦੋਸ਼ੀ ਨਹੀਂ ਨਾ। ਦੋਸ਼ੀ ਨੂੰ ਡਰਨ ਦੀ ਲੋੜ ਹੈ? ਮੇਰਾ ਕੀ ਦੋਸ਼ ਆ? ਮੈਂ ਵੋਟਾਂ ਦੁਬਾਰਾ ਮੰਗਣੀਆਂ ਨਹੀਂ, ਨਾ ਇੱਥੋਂ ਨਾ ਉੱਥੋਂ। ਇੱਕ ਵਾਰੀ MP ਬਣਨਾ, ਇਹ ਗੱਲ ਵਿਆਉਣੀ ਸੀ ਬਸ, ਗੋਲ ਕਰਨਾ ਸੀ ਬਸ, ਕਰਤਾ, ਖਿੱਚਦਾ ਕੰਮ। ਮੈਂ ਮਤਲਬ ਦੱਸਣਾ ਸੀ ਕਿ ਮੇਰਾ ਗਰੀਬ ਦਾ ਵੀ ਰੱਬ ਹੈ। ਤੁਸੀਂ ਬਣ ਕੇ ਚਾਹੇ ਕਿਤੋਂ ਵੀ ਬਣ ਗਏ। ਇਹਨਾਂ ਨੇ ਤਾਂ ਕਬਰ 'ਚ ਦੱਬ ਦਿੱਤਾ ਸੀ ਨਾ ਮੈਨੂੰ।
ਉੱਤੇ ਘਾਹ ਵੀ ਲਾਤਾ ਸੀ ਵੀ ਪਤਾ ਨਾ ਲੱਗੇ ਕਿਹਦੀ ਕਬਰ ਹੈ। ਮੇਰੇ ਸਤਿਗੁਰਾਂ ਨੇ ਆਖਿਆ ਉੱਠ ਬੱਚਾ, ਜਿਹੜਾ ਹੈ ਕਿ ਪੰਜਾਬ ਤੋਂ ਨਹੀਂ, ਮੇਰੇ ਸਤਿਗੁਰਾਂ ਨੇ ਕਿਹਾ, ਉਹਨਾਂ ਨੇ ਕਿਹਾ ਉੱਠ ਬੱਚੇ, ਮਿੱਟੀ ਮੁੱਟੀ ਝਾੜ ਕੇ ਦੱਸ ਇਹਨਾਂ ਨੂੰ ਮੈਂ ਜੀਂਦਾ ਆ। ਤੇ ਮੈਂ ਦੱਸਿਆ ਲੋਕਾਂ ਨੂੰ ਮੈਂ ਜੀਂਦਾ ਆ, ਮੇਰਾ ਸਤਿਗੁਰ ਨਾਲ ਆ, ਮੇਰਾ ਰੱਬ ਨਾਲ ਆ। ਤੁਸੀਂ ਤੇ ਮੈਨੂੰ ਮਾਰ ਦਿੱਤਾ ਸੀ। ਲੋਕਾਂ ਨੂੰ ਨਹੀਂ ਮੈਂ ਕਹਿ ਰਿਹਾ, ਪੰਜਾਬ ਦੇ ਲੋਕਾਂ ਨੂੰ। ਜਲੰਧਰੋਂ 3,80,000 ਵੋਟਾਂ ਪਈਆਂ ਸੀ। ਇਹ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਅੰਦੋਲਨਾਂ ਨੂੰ ਲਟਕਾਉਣਾ ਚਾਹੁੰਦੇ ਲੀਡਰ, ਜਿਨ੍ਹਾਂ ਨੇ ਮੈਨੂੰ ਮਾਰਿਆ। ਲੀਡਰਾਂ ਨੇ ਮਾਰਿਆ ਸੀ, ਲੋਕ ਥੋੜ੍ਹੀ ਮੇਰੇ ਖਿਲਾਫ ਸੀ। ਜੱਟਾਂ ਨੇ ਨੇਰੀ ਲਿਆਤੀ ਸੀ, ਉਹਨਾਂ ਨੇ ਕਿਹਾ ਇਹੋ ਜਿਹਾ ਬੰਦਾ ਆਉਣਾ ਚਾਹੀਦਾ, MP ਬਣਨਾ ਚਾਹੀਦਾ, ਸਾਰੀਆਂ ਕੌਮਾਂ ਨੇ। ਲੇਕਿਨ ਪ੍ਰੋਬਲਮ ਇਹ ਹੈ ਕਿ ਸਿਆਸਤਦਾਨ ਜਿਹੜੇ ਹੈਗੇ ਉੱਥੇ, ਉਹ ਜਿਹੜੇ ਜਿਨ੍ਹਾਂ ਨੇ ਹਰਾਇਆ ਉਹ ਪਤਾ ਹੀ ਹੈ ਸਾਰਿਆਂ ਨੂੰ। ਉੱਥੋਂ ਫਿਰ ਮੈਂ ਕਿਹਾ ਵੀ ਜਿੱਤਣਾ ਤਾਂ ਮੈਂ ਹੈਗਾ, ਇਹਨਾਂ ਨੂੰ ਜਿੱਤ ਕੇ ਤਾਂ ਦਿਖਾਉਣਾ। ਮੈਂ ਇੱਕ ਵਾਰੀ ਲੋਕ ਸਭਾ ਹਰਾਤੀ, ਮੁੜ ਕੇ ਰਾਜ ਸਭਾ। ਮੈਂ ਕਿਹਾ ਮੈਂ ਵੀ ਜਿਸ ਪੇ ਦਾ ਪੁੱਤ ਹਾਂ। ਬਾਬਾ ਜੀਵਨ ਸਿੰਘ ਨੂੰ ਅਸੀਂ ਮੰਨਦੇ, ਜਿਹੜਾ ਬਾਜਾਂ ਵਾਲੇ ਬਾਪੂ ਦਾ ਬਗਲਗੀਰ ਸੀ। ਲੋਕਾਂ ਦੇ ਤੇ ਇੱਕ ਹੱਥ ਚੱਲਦੇ, ਉਹਦੇ ਦੋ ਹੱਥ ਚੱਲਦੇ ਸੀ, ਨਾਗਣੀ ਤੇ ਬਾਗਣੀ। ਮੈਂ ਕਿਹਾ ਲਾਹਨਤ ਆ ਮੇਰੇ, ਜੇ ਮੈਂ ਜੀਂਦੇ ਜੀ ਇੱਕ ਵਾਰੀ ਗੋਲ ਨਾ ਕੀਤਾ, ਲੋਕਾਂ ਨੂੰ ਦੱਸਿਆ ਨਾ। ਲੋਕਾਂ ਨੂੰ ਫਿਰ ਮੈਂ ਕਲੀਅਰ ਕਰਦਾ, ਉਹਨਾਂ ਲੋਕਾਂ ਨੂੰ ਜਿਹੜੇ ਮੁੱਠੀ ਪਰ ਮੇਰੀ ਗੱਡੀ 'ਚ ਬੈਠ ਕੇ ਭਰਾ ਬਣ ਕੇ ਜਿਨ੍ਹਾਂ ਨੇ ਹਰਾਇਆ, ਮੈਂ ਉਹਨਾਂ ਦੀ ਗੱਲ ਕਰਦਾ। ਲੋਕਾਂ ਨੇ 3,80,000 ਵੋਟ, 3,80,000 ਵੋਟ ਥੋੜ੍ਹੀ ਹੁੰਦੀ ਹੈ। ਉਹ ਜਲੰਧਰੀਆਂ ਨੇ ਪਾਈ ਸੀ, ਜਲੰਧਰ ਜ਼ਿਲ੍ਹੇ ਨੇ। ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ, ਤਦੇ ਭੱਜਾ ਜਾਂਦਾ ਮੈਂ। ਨਹੀਂ ਤਾਂ ਅਗਲਾ ਕਹਿੰਦਾ ਮੈਂ ਟੰਬੇ ਜ਼ਰੂਰ ਖਾਣੇ, ਮੈਂ ਕਿਉਂ ਜਾਵਾਂ ਜਲੰਧਰ, ਮੈਂ ਤਾਂ ਦਿੱਲੀ ਦਾ MP ਹਾਂ। ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ। ਆ ਜਿਹੜੇ ਗਾਲਾਂ ਗੂਲਾਂ ਕੱਢਣ ਵਾਲੇ, ਕਹਿਣ ਦਾ ਭਾਵ ਬਾਕੀ ਜਿਹੜੇ ਕਰੋੜਾਂ ਲੋਕ ਹੈ ਉਹ ਮੈਨੂੰ ਜੀ ਆਇਆਂ ਕਹਿੰਦੇ ਆ, ਅਜੇ ਵੀ ਕਹਿੰਦੇ ਆ। ਹਰ ਤੁਹਾਡਾ ਵਿਰੋਧ ਕਰ ਰਹੇ ਆ ਜਾਂ ਇਤਰਾਜ਼ ਜਤਾ ਰਹੇ ਤੁਹਾਡੇ ਤੇ, ਆਖਰ ਦੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਆਖਰ ਵਿੱਚ ਇਹ ਕਹਾਂਗਾ, ਬੱਚੇ ਚਲੋ ਸੋਸ਼ਲ ਮੀਡੀਆ 'ਤੇ ਜੋ ਵੀ ਉਹਨਾਂ ਦੇ ਆਰੇ ਲੱਗੇ ਰਹਿਣ, ਕੋਈ ਜੋ ਵੀ ਠੀਕ ਹੈ, ਮੇਰੇ ਬੱਚਿਆਂ ਵਰਗੇ, ਉਹਨਾਂ ਨੂੰ ਮੈਂ ਕੁਛ ਨਹੀਂ ਕਹਿੰਦਾ। ਇਹ ਜਿਹੜੇ ਦਸਤਾਰ ਬਣ ਕੇ ਕਿਸਾਨਾਂ ਦੇ ਲੀਡਰ ਹੋ ਕੇ ਜਦੋਂ ਗਾਲਾਂ ਗੂਲਾਂ ਕੱਢਦੇ ਆ, ਉਹਦੇ ਵਿੱਚ ਮਾफ़ ਕਰਨਾ, ਰਾਜੇਵਾਲ ਸਾਹਿਬ, ਕੁਲਵੰਤ ਸੰਧੂ ਸਾਹਿਬ, ਦੋਨਾਂ ਨਾਲ ਮੇਰਾ ਸੰਪਰਕ। ਉਹ ਬਹੁਤ ਨੇਕ ਆਦਮੀ ਆ। ਜਿਹੜਿਆਂ ਨੇ ਵੀ ਮੈਨੂੰ ਗਾਲਾਂ ਗੂਲਾਂ ਕੱਢੀਆਂ ਦਸਤਾਰ ਬਣ ਕੇ, ਇੱਕ ਨੇ ਤਾਂ ਇੱਥੋਂ ਤੱਕ ਕਿਹਾ ਕਿ ਇੱਥੇ ਆ ਜਾਵੇ, ਦੇਖ ਲਵੇ ਫਿਰ ਕਿੰਨੇ ਕੁ ਵਾਲ ਬਚਦੇ ਆ, ਵਾਲ ਵੀ ਲੈ ਜਾਵੇ ਨਾਲ ਆਪਣੇ। ਅਤੇ ਹੁਣ ਦੱਸੋ, ਉਹਨੂੰ ਪੁੱਛੇ ਪੇ ਦੇ ਪੁੱਤ ਨੂੰ ਕਿ ਐਡੀ ਸੋਹਣੀ ਪੱਗ ਬੰਨੀ ਆ ਤੂੰ, ਕਿਸਾਨਾਂ ਦਾ ਤੂੰ ਲੀਡਰ ਆ, ਤੂੰ ਹੋਸ਼ ਨਾ ਬੋਲ, ਮੇਰਾ ਕਸੂਰ ਤਾਂ ਦੱਸ, ਪਹਿਲਾਂ ਪ੍ਰੂਵ ਕਰ ਵੀ ਆ ਤੇਰਾ ਆਹ ਕਸੂਰ ਹੈ, ਅਤੇ ਫਿਰ ਮੈਂ ਮੰਨ ਜਾਊਂਗਾ। ਫਿਰ ਤੁਹਾਡਾ ਮੈਂ ਮੁਜਰਮ ਹੈ, ਮੈਂ ਗੁਨਾਹਗਾਰ ਹਾਂ, ਮੇਰਾ ਕੋਈ ਕਸੂਰ ਨਹੀਂ, ਨਾ ਮੈਂ ਬਣਾਉਣ ਵਾਲਿਆਂ 'ਚ ਨਾ ਢਾਉਣ ਵਾਲਿਆਂ 'ਚ। ਗੱਲਬਾਤ ਕਰਨ ਲਈ ਧੰਨਵਾਦ। ਥੈਂਕ ਯੂ ਜੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਭਾਈ ਸਨ ਹੰਸਰਾਜ ਹੰਸ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਨਵੇਂ ਖੇਤੀ ਕਾਨੂੰਨਾਂ ਦੇ ਹਰ ਸਵਾਲ ਦੇ ਉੱਪਰ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਹੈ, ਜਵਾਬ ਦਿੱਤਾ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਕਿਤੇ ਵੀ ਇਹਨਾਂ ਖੇਤੀ ਕਾਨੂੰਨਾਂ ਦੀ ਹਮਾਇਤ ਨਹੀਂ ਕੀਤੀ, ਸਗੋਂ ਕਿਸਾਨ ਲੀਡਰਾਂ ਦੀ ਜਿੰਨੀ ਹੈਲਪ ਹੋ ਸਕਦੀ ਸੀ, ਚਾਹੇ ਉਹ ਖੇਤੀਬਾੜੀ ਮੰਤਰੀ ਦੇ ਨਾਲ ਤਾਲਮੇਲ ਬਣਾਉਣ ਦੇ ਵਿੱਚ ਹੋਵੇ, ਮੈਂ ਕੀਤੀ ਹੈ। ਕੈਮਰਾਮੈਨ ਗੁਰਦੀਪ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾ TV, ਦਿੱਲੀ।